ਸਾਹਿਬ ਜੀਓ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਦੋਏ ਕਰ ਜੋੜ ਮੰਗੋ ਇਕ ਦਾਨਾ, ਸਾਹਿਬ ਤੁਠੈ ਪਾਵਾ। ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾ। ਡੰਡੋਤ ਬੰਧਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਪੌੜੀ ਤੁਰੇ ਪਲਾਣੇ ਪੌਣ ਵੇਗ, ਹਰ ਰੰਗੀ ਹਰਮ ਸਵਾਰਿਆ। ਕੋਠੇ ਮੰਡਪ ਮਾੜੀਆਂ, ਲਾਏ ਬੈਠੇ ਕਰ ਪਾਸਾਰਿਆ। ਤੁਰੇ ਪਲਾਣੇ ਪੌਣ ਵੇਗ, ਹਰ ਰੰਗੀ ਹਰਮ ਸਵਾਰਿਆ। ਕੋਠੇ ਮੰਡਪ ਮਾੜੀਆਂ, ਲਾਏ ਬੈਠੇ ਕਰ ਪਾਸਾਰਿਆ। ਚੀਜ਼ ਕਰਨ ਮਨ ਭਾਵੰਦੇ, ਹਰ ਬੁੱਝਨ ਨਾਹੀ ਹਾਰਿਆ। ਕਰ ਫੁਰਮਾਇਸ਼ ਖਾਇਆ, ਵੇਖ ਮਹਿਲਤ ਮਰਨ ਵਿਸਾਰਿਆ। ਜਰ ਆਈ ਜੋਬਨ ਹਾਰਿਆ, ਕਰ ਫੁਰਮਾਇਸ਼ ਖਾਇਆ। ਵੇਖ ਮਹਿਲਤ ਮਰਨ ਵਿਸਾਰਿਆ। ਜਰ ਆਈ ਜੋਬਨ ਹਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ
ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਸਹਿਬਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੀ ਹੋਈ ਆਸ਼ਾ ਕੀ ਵਾਰ ਦੀ 67ਵੀਂ ਪੌੜੀ ਦਾ ਪਾਠ ਆਪ ਜੀ ਨੇ ਅੱਜ ਸਰਵਣ ਕੀਤਾ ਹੈ। ਇਸ ਪੌੜੀ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੇ ਹੀ 2 ਸ਼ਲੋਕ ਦਰਜ ਨੇ, ਜਿਨ੍ਹਾਂ ਸ਼ਲੋਕਾਂ ਦੀ ਵਿਚਾਰ ਆਪਾਂ ਪਿਛਲੇ ਦੀਵਾਨਾਂ ਵਿੱਚ ਕਰ ਰਹੇ ਹਾਂ, ਪਿਛਲੇ ਦੀਵਾਨਾਂ ਤੋਂ ਕਰ ਰਹੇ ਹਾਂ। ਰਾਤ ਇਸ ਸ਼ਲੋਕ ਨੂੰ ਵਿਚਾਰਨ ਦਾ ਯਤਨ ਕੀਤਾ। ਜਿਉਂ ਜੋਰੂ ਸਿਰ ਨਾਵਣੀ ਆਵੈ ਵਾਰੋ ਵਾਰ, ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਵਾਰ। ਆਓ ਉਸ ਲੜੀ ਨੂੰ, ਕਿਉਂਕਿ ਥੋੜੀ ਜਿਹੀ ਉਸ ਸੰਬੰਧੀ ਅੱਜ ਵੀ ਵਿਚਾਰ ਕਰਾਂਗੇ, ਕਿਉਂਕਿ ਸਾਰੀ ਦੀ ਸਾਰੀ ਸੁਚਮਤਾ ਦਾ ਸੰਬੰਧ ਸਾਡੇ ਅੰਦਰ ਦੇ ਮਨ ਨਾਲ ਹੈ। ਇਸ ਬਚਨ ਨੂੰ ਔਰ ਪੌੜੀ ਦਾ ਪਾਠ ਆਪ ਜੀ ਸਰਵਣ ਕਰ ਚੁੱਕੇ ਹੋ। ਇਸ ਪੌੜੀ ਦੀ ਵਿਚਾਰ ਵੀ ਆਰੰਭ ਕਰਾਂਗਾ। ਸੰਪੂਰਨਤਾ ਦਾਤਾਰ ਤਰਸ ਕਰਨ ਸ਼ਾਮ ਦੇ ਦੀਵਾਨ ਵਿੱਚ ਕਰ ਲਵਾਂਗੇ। ਆਪ ਜਿਤਨੇ ਗੁਰੂ ਚਰਨਾਂ ਵਿੱਚ ਉਪਸਥਿਤ ਹੋ, ਹਾਜ਼ਰ ਹੋ, ਕਿਰਪਾ ਕਰੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਓਟ ਆਸਰਾ ਲਈਏ ਔਰ ਬੇਨਤੀ ਕਰੀਏ, ਮਹਾਰਾਜ ਜਿਸ ਮਨ ਦੀ ਮਲੀਨਤਾ ਦੀ ਵਿਆਖਿਆ ਆਪਾਂ ਕਰ ਰਹੇ ਹਾਂ, ਕਿਰਪਾ ਕਰੋ ਇਸ ਮਨ ਦੀ ਸੁਚਮਤਾ, ਸ਼ੁੱਧਤਾ, ਇਹਦੀ ਪਵਿੱਤਰਤਾ ਆਪ ਬਖਸ਼ਿਸ਼ ਕਰਕੇ ਸਾਨੂੰ ਬਖਸ਼ ਦੇਵੋ। ਪਿਆਰ ਅਦਬ ਨਾਲ ਸਮੂਹ ਸੰਗਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਸਾਰੀ ਬਾਣੀ ਵਿੱਚ ਜਾਂ ਗੁਰਮਤ ਦੇ ਸਮੁੱਚੇ ਸਿਧਾਂਤ ਵਿੱਚ ਇੱਕ ਗੱਲ ਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਨੇ ਕਿ ਇਨਸਾਨ ਬਾਹਰ ਦੇ ਦੰਭ, ਪਖੰਡ, ਪਰਪੰਚ ਤੋਂ ਬਚ ਕੇ ਇਹ ਆਪਣੇ ਅੰਦਰ ਦੀ ਮਲੀਨਤਾ ਨੂੰ ਧੋ ਕੇ ਅੰਦਰ ਸ਼ੁੱਧ ਕਰਕੇ ਉਸ ਸਚਿਆਰਤਾ ਤੇ ਪਦ ਤੇ ਪਹੁੰਚ ਜਾਏ, ਜਿਸ ਸਚਿਆਰਤਾ ਨਾਲ ਇਹਦੀ ਰਸਾਈ ਸੱਚ ਦੇ ਵਿੱਚ ਹੋ ਜਾਏ। ਇਨਸਾਨ ਦਾ ਅੰਦਰ ਮਲੀਨਤਾ ਨਾਲ ਭਰਿਆ ਹੈ ਤੇ ਅੰਦਰ ਲਫ਼ਜ਼ ਦੇ ਅਰਥ ਸਰੀਰ ਦੇ ਅੰਦਰ ਦੇ ਨਾ ਦਿਸਦੇ ਹੋਏ ਅੰਗਾਂ ਦੀ ਗੱਲ ਨਹੀਂ ਮੈਂ ਕਰ ਰਿਹਾ। ਜੇ ਸ਼ਬਦ ਵਰਤਨਿਆ ਅੰਦਰ ਮਲੀਨਤਾ ਨਾਲ ਭਰਿਆ, ਇਹਦਾ ਅਰਥ ਬੰਦੇ ਦੇ ਫੇਫੜੇ ਨਹੀਂ, ਇਹਦਾ ਅਰਥ ਸਾਡੇ ਪੇਟ ਦੀਆਂ ਜਾਂ ਸਾਡੇ ਸਰੀਰ ਦੀਆਂ ਅੰਦਰ ਦੀਆਂ ਆਂਤੜੀਆਂ ਨਹੀਂ। ਅੰਦਰ ਦਾ ਅਰਥ ਸਾਡੇ ਦਿਮਾਗ ਦੀ ਨਿੱਕੀ ਤੋਂ ਨਿੱਕੀ ਨਾੜੀ ਨਹੀਂ,
ਅੰਦਰ ਦਾ ਅਰਥ ਮਨੁੱਖ ਦੇ ਸਰੀਰ ਦੀਆਂ ਕਿਡਨੀਆਂ ਜਾਂ ਹਾਰਟ ਆਦਿਕ ਨਹੀਂ। ਇੱਥੇ ਅੰਦਰ ਲਫ਼ਜ਼ ਜਦੋਂ ਵੀ ਮੈਂ ਵਰਤਣਾ, ਇਹਦਾ ਮਤਲਬ ਇਹ ਹੈ ਕਿ ਜਿਹੜੀ ਅੰਦਰ ਮਾਨਸਿਕ ਤੌਰ ਤੇ ਖਿਆਲਾਂ ਦੀ ਮਲੀਨਤਾ ਹੈ, ਜਿਹੜੀ ਵਿਚਾਰਾਂ ਦੀ ਮਲੀਨਤਾ ਹੈ, ਸਤਿਗੁਰੂ ਨੇ ਸਭ ਤੋਂ ਵੱਧ ਜ਼ੋਰ ਦਿੱਤਾ ਕਿ ਬੰਦੇ ਦੇ ਅੰਦਰ ਦੀ ਉਹਦੀ ਜਿਹੜੀ ਮਲੀਨਤਾ ਉਹ ਖਤਮ ਹੋ ਸਕੇ, ਅੰਦਰੋਂ ਸ਼ੁੱਧ, ਅੰਦਰੋਂ ਪਵਿੱਤਰ ਹੋ ਸਕੇ। ਕੱਲ ਵੀ ਅਰਜ਼ ਕੀਤੀ ਸੀ ਕਿ ਸਤਿਗੁਰੂ ਨੇ ਉਦਾਹਰਨ ਇੱਕ ਔਰਤ ਦੇ ਸਰੀਰ ਨਾਲ ਵਾਪਰਦੀ ਹੋਈ ਉਹ ਪਰਮਾਤਮਾ ਦੀ ਬਣਾਈ ਹੋਈ ਬਣਤਰ ਅਨੁਸਾਰ ਉਹ ਘਟਨਾ, ਜਿਹਦੇ ਨਾਲ ਉਹਦੇ ਸਰੀਰ ਵਿੱਚੋਂ ਹਰ ਮਹੀਨੇ ਮਾਸਿਕ ਧਰਮ ਰਾਹੀਂ ਆਪਣੇ ਆਪ ਜਿਹੜਾ ਖੂਨ ਉਹ ਬਾਹਰ ਆਉਂਦਾ ਹੈ। ਤੇ ਹਜ਼ੂਰ ਨੇ ਕਿਹਾ ਸੀ ਜਿਵੇਂ ਇੱਕ ਔਰਤ ਦੇ ਸਰੀਰ ਦੀ ਬਣਾਈ ਹੋਈ ਬਣਤਰ ਪਰਮੇਸ਼ਵਰ ਦੀ, ਉਹਦੇ ਵਿੱਚੋਂ ਖੂਨ ਦਾ ਪ੍ਰਵਾਹ ਹੈ, ਸੱਚ ਇਹ ਇਸੇ ਤਰ੍ਹਾਂ ਜਿਹੜਾ ਅੰਦਰ ਦਾ ਮੈਲਾ, ਅੰਦਰ ਦਾ ਝੂਠਾ ਹੈ, ਉਸ ਦੇ ਅੰਦਰੋਂ ਵੀ ਝੂਠ ਦੀ ਮਲੀਨਤਾ ਦੀ ਮੈਲ ਆਪਣੇ ਆਪ ਹੀ ਨਿਕਲਦੀ ਰਹਿੰਦੀ ਹੈ। ਪਰ ਨਾਲ ਸਾਹਿਬ ਨੇ ਕਿਹਾ ਕਿ ਜਿਵੇਂ ਮਾਸਿਕ ਧਰਮ ਖਤਮ ਹੋ ਜਾਏ, ਉਹ ਸਮਾਂ ਨਿਕਲ ਜਾਏ, ਆਪਣੇ ਆਪ ਹੀ ਪਵਿੱਤਰਤਾ, ਸਰੀਰਕ ਕਿਰਿਆ ਦੀ ਪਵਿੱਤਰਤਾ ਉਹ ਬਣ ਜਾਂਦੀ ਹੈ। ਜਦੋਂ ਇਨਸਾਨ ਦੇ ਅੰਦਰ ਪਵਿੱਤਰਤਾ ਆ ਜਾਏ, ਮੈਲ ਮੁੱਕ ਜਾਏ, ਪਿਆਰਿਓ, ਉਸ ਬੰਦੇ ਦਾ ਅੰਦਰ ਜੀਉ ਤੇ ਬਾਹਰੋਂ ਆਪਣੇ ਆਪ ਹੀ ਪਵਿੱਤਰ ਹੋ ਜਾਂਦਾ ਹੈ। ਪਰ ਸਤਿਗੁਰੂ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਕੇਵਲ ਸਰੀਰ ਦੀ ਚਮੜੀ ਧੋਣ ਦੇ ਨਾਲ, ਕਿ ਸਕਿਨ ਧੋਣ ਦੇ ਨਾਲ ਬੰਦੇ ਦੇ ਅੰਦਰ ਦੀ ਮੈਲ ਚਲੀ ਜਾਏਗੀ। ਅਸੀਂ ਉਸ ਪਵਿੱਤਰ ਸ਼ਲੋਕ ਨੂੰ ਰਾਤ ਵਾਚ ਰਹੇ ਸਾਂ ਕਿ ਸੋਚੇ ਇਹ ਨਾ ਆਖੀਏ, ਉਹਨਾਂ ਨੂੰ ਸਚਿਆਰ ਸੁੱਚੇ ਪਵਿੱਤਰ ਮਤ ਕਹੋ। ਕਿਹਨਾਂ ਨੂੰ? ਬਹਿਨ ਜੇ ਪਿੰਡਾ ਧੋਏ, ਜਿਹੜੇ ਆਪਣੇ ਸਰੀਰ ਨੂੰ, ਆਪਣੇ ਪਿੰਡੇ ਨੂੰ, ਆਪਣੀ ਚਮੜੀ ਨੂੰ ਮਲ ਮਲ ਕੇ ਧੋਂਦੇ ਨੇ, ਉਹਨਾਂ ਨੂੰ ਕੇਵਲ ਸੁੱਚੇ ਮਤ ਕਹੋ। ਸੋਚੇ ਇਹ ਨਾ ਆਖੀਆਂ ਬਹਿਨ ਜੇ ਪਿੰਡਾ ਧੋਏ, ਸੋਚੇ ਸਈ ਨਾਨਕਾ। ਹਜ਼ੂਰ ਕਹਿੰਦੇ ਨੇ ਅਸਲ 'ਚ ਸੁੱਚੇ ਉਹ ਨੇ, ਪਵਿੱਤਰ ਉਹ ਨੇ ਜਿਨ ਮਨ ਵਸਿਆ ਸੋਏ, ਜਿਨ੍ਹਾਂ ਦੇ ਮਨ ਵਿੱਚ ਉਹ ਪਰਮਾਤਮਾ ਵਾਹਿਗੁਰੂ ਵਸ ਗਿਆ, ਉਹ ਹੀ ਅੰਦਰੋਂ ਅੱਤ ਦੇ ਸੁੱਚੇ ਨੇ। ਰਾਤ ਅਸੀਂ ਅੰਦਰ ਦੀ ਮੈਲ ਸੰਬੰਧੀ ਕੁਝ ਵਿਚਾਰ ਆਪ ਨਾਲ ਸਾਂਝੇ ਕੀਤੇ। ਮੈਂ ਉਸ ਤੇ ਅੱਜ ਥੋੜਾ ਜਿਹਾ ਟਾਈਮ ਹੋਰ ਲਾਣਾ ਚਾਹੁੰਦਾ, ਉਸ ਸੰਬੰਧੀ ਬੇਨਤੀ ਕਰਨ ਲਈ। ਸੱਚੀ ਗੱਲ ਜੇ ਚਲੋ ਅਗਲੀ ਪੌੜੀ ਵੀ ਵਾਚੀ ਜਾਏਗੀ, ਉਹਦੇ ਵਿੱਚ ਵੀ ਲੋਕਾਂ ਦੇ ਹੰਕਾਰ ਦੀ, ਵਾਸ਼ਨਾਵਾਂ ਦੀ ਪੂਰਤੀ ਦਾ, ਅੰਦਰ ਦੀ ਵਾਸ਼ਨਾਵਾਂ ਦੇ ਭੋਗ ਦਾ ਜ਼ਿਕਰ ਹੈ। ਪਰ ਸਭ ਤੋਂ ਵੱਧ ਜ਼ੋਰ ਇਸ ਗੱਲ ਦੇ ਦੇਣਾ ਚਾਹੀਦਾ ਹੈ ਅੰਦਰ ਪਵਿੱਤਰ ਕਿਵੇਂ ਹੋਵੇ, ਗੁਰਬਾਣੀ ਦੀ ਰੋਸ਼ਨੀ 'ਚ ਅੰਦਰ ਦੀ ਮਲੀਨਤਾ ਕਿਵੇਂ ਜਾਏ। ਯਾਦ ਰੱਖੋ, ਮਨ ਦੀ ਭਟਕਣਾ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਨੇ ਇੱਕੋ ਦੱਸਿਆ, ਅੰਦਰ ਦੀ ਮੈਲ। ਜਿੰਨਾ ਮਨ ਮੈਲਾ ਹੋਵੇਗਾ, ਉਹਨਾਂ ਮਨ ਭਟਕਣਾ ਵਿੱਚ ਰਹੇਗਾ, ਦੌੜਦਾ ਰਹੇਗਾ। ਜਿੰਨਾ ਕਿਸੇ ਦਾ ਅੰਦਰ ਨਿਰਮਲ ਹੋ ਜਾਏਗਾ, ਚੇਤੇ ਰੱਖਿਓ, ਨਿਰਯਤਨ ਹੀ ਉਹਦਾ ਮਨ ਆਪਣੇ ਆਪ ਹੀ ਟਿਕਣ ਲੱਗ ਪਵੇਗਾ। ਇਸ ਬੇਨਤੀ ਨੂੰ ਫਿਰ ਸਮਝਿਓ। ਜਿਤਨਾ ਕੋਈ ਅੰਦਰੋਂ ਮੈਲਾ ਹੈ, ਜਿੰਨਾ ਮਨ ਮੈਲਾ ਹੈ, ਜਿੰਨੇ ਖਿਆਲ ਮੈਲੇ ਨੇ, ਜਿੰਨੇ ਵਿਚਾਰ ਮੈਲੇ ਨੇ, ਉਹਨਾਂ ਬੰਦੇ ਦਾ ਅੰਦਰ ਭਟਕੇਗਾ, ਥਿੜਕੇਗਾ, ਦੌੜੇਗਾ। ਤੇ ਜਿੰਨਾ ਕਿਸੇ ਇਨਸਾਨ ਦਾ ਅੰਦਰ ਪਵਿੱਤਰ ਹੋ ਜਾਏਗਾ, ਨਿਰਮਲ ਹੋ ਜਾਏਗਾ, ਗੁਰਮੁਖੋ ਉਹਨਾਂ ਹੀ ਬੰਦੇ ਦਾ ਅੰਦਰ ਆਪਣੇ ਆਪ ਟਿਕ ਜਾਏਗਾ। ਇਹ ਅਸੀਂ ਬਾਣੀ 'ਚੋਂ ਥੋੜਾ ਜਿਹਾ ਦੇਖੀਏ। ਤੇ ਗੁਰੂ ਗ੍ਰੰਥ ਸਾਹਿਬ ਨੇ ਇਸ ਸੰਬੰਧੀ ਬੇਅੰਤ ਬਚਨ ਕੀਤੇ ਨੇ। ਹਜ਼ੂਰ ਦੀ ਇਸ ਰਚਨਾ ਦੇ ਅਰਥ ਕਰਨ ਲਈ ਕਿ ਅੰਦਰ ਮੈਲਾ ਹੈ, ਬੰਦਾ ਇਹਨੂੰ ਬਾਹਰੋਂ ਧੋਣ ਦਾ ਯਤਨ ਕਰਦਾ ਹੈ। ਤੇ ਰਾਤ ਅਰਜ਼ ਕਿਹਾ ਸੀ, ਸੂਖਸ਼ਮਤਾ ਨੂੰ ਸੂਖਸ਼ਮਤਾ ਨਾਲ ਹੀ ਧੋਤਾ ਜਾਏਗਾ। ਸਥੂਲਤਾ ਨੂੰ ਤੁਸੀਂ ਸਥੂਲਤਾ ਨਾਲ ਧੋ ਸਕਦੇ ਹੋ। ਹਾਲਾਂਕਿ ਯੋਗ ਮਤ ਦੇ ਅੰਦਰ ਇੱਕ ਨਿਵਲੀ ਕਰਮ ਐਸਾ ਹੈ ਕਿ ਜਿਹਦੇ ਨਾਲ ਪਾਣੀ ਪੀ ਕੇ ਪੇਟ, ਤੁਸੀਂ ਦੇਖਦੇ ਹੋ ਟੀਵੀ ਤੇ ਅੱਜ ਕੱਲ੍ਹ, ਉਹ ਪੇਟ ਨੂੰ ਚੰਗੀ ਤਰ੍ਹਾਂ ਘੁਮਾ ਵੀ ਦਿੰਦੇ ਨੇ, ਰੱਜ ਕੇ ਪਾਣੀ ਪੀ ਕੇ
ਲੋਕ ਨਿਵਲੀ ਕਰਮ ਦੇ ਰਾਹੀਂ ਵੀ, ਚੇਤੇ ਰੱਖਿਓ, ਮੈਂ ਉਹ ਚਲੋ ਸ਼ਬਦ ਸਾਡੇ ਸਿੱਖੀ 'ਚ ਨਹੀਂ, ਆਪਣੇ ਸਰੀਰ ਵਿੱਚ ਕੱਪੜਾ ਪਾ ਕੇ ਵੀ ਇਸ ਨੂੰ ਅੰਦਰੋਂ ਪੇਟ ਨੂੰ ਸਾਫ਼ ਕਰਨ ਦਾ ਯਤਨ ਕਰਦੇ ਨੇ। ਇਹ ਸਾਰੀ ਕਿਰਿਆ ਸਿਰਫ ਫਿਜ਼ੀਕਲ ਹੈ। ਇਸ ਕਿਰਿਆ ਨੂੰ ਤੁਸੀਂ ਰੂਹਾਨੀਅਤ ਨਾਲ ਨਹੀਂ ਜੋੜ ਸਕਦੇ। ਮੰਨ ਲਓ ਇੱਕ ਬੰਦੇ ਨੇ ਆਪਣੇ ਪੇਟ 'ਚ ਪਾਣੀ ਭਰ ਕੇ ਨਾੜੀਆਂ ਨੂੰ ਧੋ ਲਿਆ, ਜਾਂ ਮੂੰਹ ਰਾਹੀਂ ਆਪਣੇ ਅੰਦਰ ਕੱਪੜਾ ਪਾ ਲਿਆ, ਜਾਂ ਮਲ ਦੁਆਰ ਰਾਹੀਂ ਵੀ ਲੋਕ ਅੰਦਰ ਕੱਪੜਾ ਲੈ ਜਾਂਦੇ। ਇਹ ਕਿਰਿਆ ਨੇ। ਪਰ ਕੀ ਉਸ ਕਿਰਿਆ ਦੇ ਨਾਲ, ਉਸ ਪੇਟ ਦੀ ਸਫਾਈ ਦੇ ਨਾਲ ਅੰਦਰ ਮਨ ਦੀ ਸਫਾਈ ਹੋ ਜਾਏਗੀ? ਯਾਦ ਰੱਖੋ, ਜਿਵੇਂ ਬਾਹਰ ਦੀ ਚਮੜੀ ਤੇ ਪਾਣੀ ਸੱਟਿਆ ਮਨ ਕਦੀ ਸਾਫ਼ ਨਹੀਂ ਹੁੰਦਾ, ਇਸੇ ਤਰ੍ਹਾਂ ਇੰਟਰਨਲ ਜਿਹੜੇ ਪਾਰਟ ਨੇ ਸਾਡੇ ਅੰਦਰ, ਜਿਹੜੇ ਸਰੀਰ ਦੇ ਵੱਖ-ਵੱਖ ਅੰਗ ਨੇ, ਉਹਨਾਂ ਨੂੰ ਤੁਸੀਂ ਪਾਣੀ ਨਾਲ ਧੋ ਲੋਗੇ, ਫਿਰ ਕੀ ਮਨ ਧੋਤਾ ਜਾਏਗਾ? ਨਹੀਂ। ਗੁਰੂ ਸਾਹਿਬ ਨੇ ਬਾਣੀ 'ਚ ਇੱਕ ਪ੍ਰਮਾਣ ਦਿੱਤਾ ਹੈ। ਹਜ਼ੂਰ ਕਹਿੰਦੇ ਨੇ ਇਹ ਮੈਲ ਇੱਕ ਦਿਨ ਦੀ ਨਹੀਂ। ਤੇ ਇਹ ਵੀ ਮੈਂ ਬੇਨਤੀ ਕਰਾਂਗਾ, ਅੱਜ ਮੇਰਾ ਵਿਸ਼ਾ ਜ਼ਿਆਦਾਤਰ ਇਹ ਹੀ ਹੈ, ਮਨ ਦੀ ਮਲੀਨਤਾ ਤੇ ਸੁਚਮਤਾ ਬਾਰੇ। ਜਿੰਨਾ ਇਨਸਾਨ ਅੰਤਰਮੁਖੀ ਹੁੰਦਾ ਹੈ, ਓਨੀ ਮੈਲ ਉਗਲ ਕੇ ਬਾਹਰ ਆਉਂਦੀ ਹੈ, ਐ ਪ੍ਰਗਟ ਹੁੰਦੀ ਹੈ। ਪਹਿਲਾਂ ਮੈਲ ਆਉਂਦੀ ਹੈ ਕੁਝ ਦਿਨਾਂ ਦੀ ਇਕੱਠਾ ਕੀਤੀ, ਫਿਰ ਆਉਂਦੀ ਹੈ ਕੁਝ ਮਹੀਨਿਆਂ ਤੇ ਸਾਲਾਂ ਦੀ ਜਮ੍ਹਾਂ ਹੋਈ, ਤੇ ਕਈ ਵਾਰੀ ਬਦੋ ਜੰਦਾ ਬੰਦਗੀ ਵਿੱਚ ਅੱਤ ਦਾ ਜੁੜ ਜਾਂਦਾ ਹੈ, ਫਿਰ ਇਹਦੇ ਜਨਮਾਂ ਦੀ ਮੈਲ ਅੰਦਰੋਂ ਨਿਕਲ ਕੇ ਬਾਹਰ ਆਉਂਦੀ ਹੈ। ਉਹ ਸਾਰੀ ਪਏ ਤਾਂ ਹੈ ਸਾਡੇ ਮਨ 'ਚ, ਉਹ ਖਿਆਲਾਂ ਦੇ ਰੂਪ ਵਿੱਚ ਮਲ ਪਈ ਹੈ। ਗੁਰੂ ਅਮਰਦਾਸ ਦੇ ਇਸ ਬਚਨ ਨੂੰ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਹੁਣ ਸਾਨੂੰ ਸਿਰਫ ਇਸ ਜਨਮ ਦੀ ਵੀ ਭੁੱਲ ਗਈ ਹੈ, ਪਰ ਗੁਰਮੁਖੋ ਚੇਤੇ ਰੱਖਿਓ, ਸਾਨੂੰ ਭੁੱਲ ਗਈ ਹੈ, ਪਰ ਮਨ ਨੇ ਉਸ ਮੈਲ ਨੂੰ ਪਕੜਿਆ ਹੋਇਆ। ਸਾਡੇ ਜ਼ਿਹਨ ਨੂੰ ਭੁੱਲ ਗਈ ਹੈ ਨਾ, ਕੌਨਸ਼ੀਅਸ ਮਾਈਂਡ ਨੂੰ ਭੁੱਲ ਗਈ ਹੈ, ਪਰ ਸਬ ਕੌਨਸ਼ੀਅਸ ਤੇ ਅਨਕੌਨਸ਼ੀਅਸ ਜਿਸ ਨੂੰ ਆਪ ਜੀ ਕਹਿੰਦੇ ਹੋ, ਸਾਡੇ ਜ਼ਿਹਨ ਵਿੱਚੋਂ ਵਕਤੀ ਤੌਰ ਤੇ ਉਹ ਗੱਲਾਂ ਮੈਲੀਆਂ ਭੁੱਲ ਗਈਆਂ ਨੇ, ਪਰ ਮਨ ਨੇ ਉਸ ਮੈਲ ਨੂੰ ਆਪਣੇ ਅੰਦਰ ਚੰਗੀ ਤਰ੍ਹਾਂ ਘੁੱਟ ਕੇ ਪਕੜਿਆ ਹੋਇਆ। ਉਹ ਅੰਦਰ ਹੈ, ਦਿਸਦੀ ਕੋਈ ਨਹੀਂ। ਤੇ ਗੁਰੂ ਸਾਹਿਬ ਨੇ ਉਸ ਮੈਲ ਨੂੰ ਮਹੀਨੇ, 2 ਮਹੀਨੇ, ਸਾਲ ਦੀ ਨੇ। ਉਹ ਤੁਸੀਂ ਦੇਖੋ, ਜਿਹੜੀ ਕੌਨਸ਼ੀਅਸ ਵਿੱਚ ਮੈਲ ਹੁੰਦੀ ਹੈ ਉਹ ਛੇਤੀ ਪਤਾ ਲੱਗ ਜਾਂਦੀ, ਜਿਹੜੀ ਅਨਕੌਨਸ਼ੀਅਸ ਵਿੱਚ ਹੈ, ਜਿਹਨੂੰ ਅਸੀਂ ਮੰਨ ਕੇ ਨੇ, ਉਸ ਮੈਲ ਦਾ ਤਾਂ ਛੇਤੀ ਪਤਾ ਹੀ ਨਹੀਂ ਲੱਗਦਾ। ਉਦਾਹਰਨ ਦੇ ਤੌਰ ਤੇ ਮੰਨ ਲਓ ਅਸੀਂ ਕਿਸੇ ਬੰਦੇ ਦੇ ਨਾਲ ਸ਼ਾਮ ਨੂੰ ਝਗੜਾ ਕਰਕੇ ਆਏ, ਲਫ਼ਜ਼ ਮੈਂ ਚਲੋ ਵਰਤ ਲੈਣਾ, ਅਸੀਂ ਕਿਸੇ ਬੰਦੇ ਦੇ ਨਾਲ ਕਬੋਲ ਬੋਲੇ ਨੇ, ਜਾਂ ਕਿਸੇ ਨੇ ਸਾਨੂੰ ਕਬੋਲ ਬੋਲੇ ਨੇ, ਜਾਂ ਅਸੀਂ ਕੋਈ ਦ੍ਰਿਸ਼ ਅੱਖਾਂ ਨਾਲ ਸ਼ਾਮ ਨੂੰ ਦੇਖ ਕੇ ਆਏ ਹਾਂ ਜਿਹਨੇ ਮਨ ਵਿੱਚ ਵਾਸ਼ਨਾ ਪੈਦਾ ਕਰ ਦਿੱਤੀ, ਜਾਂ ਕੋਈ ਸਰੀਰ ਦੇਖ ਕੇ ਆਏ ਹਾਂ ਜਿਹਦੇ ਨਾਲ ਸਾਡੇ ਅੰਦਰ ਦਵੈਸ਼, ਹਰਖ ਜਾਂ ਰਾਗ ਪੈਦਾ ਹੋਇਆ। ਆਪ ਜੀ ਸਵੇਰੇ ਬੈਠੋਗੇ ਤੇ ਹੈਰਾਨ ਹੋਵੋਗੇ, ਉਹ ਰਾਤ ਦੀ ਬੀਤੀ ਹੋਈ ਗੱਲ, ਮੰਨ ਲਓ ਕਿਸੇ ਨੇ ਬੋਲ ਹੀ ਬੋਲਿਆ ਹੋਵੇ, ਜਦੋਂ ਪਾਠ ਕਰੋਗੇ ਉਹ ਕਬੋਲ ਕੰਨਾਂ ਵਿੱਚ ਗੂੰਜੇਗਾ। ਮੇਰੀ ਬੇਨਤੀ ਸੁਣਿਓ, ਕਿਵੇਂ ਪਿਛੋਕੜ ਮੈਲ ਨਾਲ ਭਰਿਆ ਪਿਆ, ਪਿੰਡਾ ਧੋ ਕੇ ਨਹੀਂ ਉਹ ਸਾਫ਼ ਹੋਣਾ। ਉਹ ਬੋਲ ਸਾਡੇ ਕੰਨਾਂ 'ਚ ਗੂੰਜਦੇ ਨੇ, ਪਾਠ ਕਰਦੇ ਹਾਂ, ਗੁਰਦੁਆਰੇ ਬੈਠੇ ਹਾਂ, ਨਿਤਨੇਮ ਕਰਦੇ ਹਾਂ, ਉਹ ਗੂੰਜਣਗੇ। ਤੇ ਬੇਨਤੀ ਕਰਾਂਗਾ ਕਿ ਜਿਹੜੀ ਚੀਜ਼ ਆਪਾਂ ਦੇਖੀ, ਹਾਲਾਂਕਿ ਸਾਡੀਆਂ ਅੱਖਾਂ ਦ੍ਰਿਸ਼ਟਮਾਨ ਜਿਹੜੀਆਂ ਨੇ, ਉਹ ਗੁਰਬਾਣੀ ਜਾਂ ਗੁਟਕੇ ਵਿੱਚ ਲਿਖੇ ਹੋਏ ਬਾਣੀ ਦੇ ਅੱਖਰ ਦੇਖਦੀਆਂ ਨੇ, ਪਰ ਮਨ ਬੜਾ ਤੇਜ਼ ਜੇ ਗੁਰਮੁਖੋ, ਅੱਖਾਂ ਅੱਖਰ ਦੇਖਦੀਆਂ ਤੇ ਮਨ ਜਿਹੜਾ ਉਸ ਦੇਖੇ ਉਹ ਦ੍ਰਿਸ਼ਾਂ ਨੂੰ ਰਿਪੀਟ ਕਰੀ ਜਾਂਦਾ ਹੈ। ਮਨ ਉਹ ਕੋਈ ਦੇਖਦਾ, ਇੰਨਾ ਮੰਦਾ ਹਾਲ ਹੈ, ਕਿੰਨਾ ਤੇਜ਼ ਹੈ। ਪਰ ਜਿੰਨਾ ਸੂਖਸ਼ਮ ਹੈ ਮੈਲ ਵਿੱਚ, ਜੇ ਕਿਤੇ ਇਹਨਾਂ ਨਾਮ ਵਾਲੇ ਪਾਸੇ ਤੁਰ ਪੈ ਪਿਆਰਿਓ, ਏਦੋਂ ਵੱਡਾ ਮਿੱਤਰ ਹੀ ਕੋਈ ਨਹੀਂ। ਹੁਣ ਉਹ ਇੱਕ ਦਿਨ ਪਹਿਲਾਂ ਵਾਪਰੀ ਕੋਈ ਘਟਨਾ, ਬੋਲੇ ਹੋਏ ਬੋਲ, ਵੇਖੇ ਹੋਏ ਦ੍ਰਿਸ਼, ਸੁਣੀਆਂ ਹੋਈਆਂ ਗੱਲਾਂ, ਬੋਲੇ ਹੋਏ ਬੋਲ, ਉਹ ਸਾਨੂੰ ਸਵੇਰੇ ਅੰਮ੍ਰਿਤ ਵੇਲੇ ਡਿਸਟਰਬ ਕਰਦੇ ਨੇ, ਤੰਗ ਕਰਦੇ ਨੇ, ਕਿਉਂਕਿ ਅਜੇ ਉਹਨੂੰ ਇੱਕ ਦਿਨ ਹੋਇਆ, ਪਰ ਦੂਜੇ ਦਿਨ ਉਹ ਭੁੱਲ ਜਾਣਗੇ, ਇਗਨੋਰ ਕਰ ਦਿਆਂਗੇ। ਪਰ ਯਾਦ ਰੱਖਿਓ, ਜੋ ਕੁਝ ਦੇਖਿਆ, ਜੋ ਕੁਝ ਸੁਣਿਆ, ਉਹ ਫੁਰਨਾ ਬਣ ਕੇ ਮਨ ਵਿੱਚ ਬੈਠ ਜਾਏਗਾ। ਹੋ ਸਕਦਾ ਕੁਝ ਸਾਲਾਂ ਬਾਅਦ ਉਹ ਮੈਲ ਫਿਰ ਉਗਲ ਕੇ ਬਾਹਰ ਆ ਜਾਏ। ਜੋ ਸੋਚਿਆ ਉਹ ਸੁਪਨਾ ਵੀ ਬਣ ਕੇ ਮੈਲ ਬਣ ਕੇ ਆ ਸਕਦਾ। ਮੈਂ ਬੇਨਤੀ ਕਰਾਂਗਾ,
ਕਿ ਜਿਵੇਂ ਤਾਜ਼ਾ ਵਾਪਰੀ ਕੋਈ ਘਟਨਾ ਸਾਨੂੰ ਉਸੇ ਦਿਨ ਪ੍ਰਭਾਵਿਤ ਕਰ ਦਿੰਦੀ ਹੈ। ਮੇਰੀ ਬੇਨਤੀ ਹੈ, ਬਿਲਕੁਲ ਇਨ ਬਿਨ ਇਸੇ ਤਰ੍ਹਾਂ ਜਦੋਂ ਇਨਸਾਨ ਬੰਦਗੀ ਕਰਦਾ ਹੈ ਤੇ ਕਈ ਜਨਮਾਂ ਦੀਆਂ ਜਿਹੜੀਆਂ ਮੈਲ ਦੀਆਂ ਪਰਤਾਂ ਸਾਡੇ ਮਨ ਵਿੱਚ ਨੇ, ਉਹ ਸਾਰੀਆਂ ਬਾਣੀ ਤਾਜ਼ੀ ਕਰਕੇ ਅੰਦਰੋਂ ਬਾਹਰ ਕੱਢ ਸਕਦੀ ਹੈ। ਉਹ ਜਿਉਂ-ਜਿਉਂ ਪਿੱਛੇ ਬੰਦਾ ਜਾਂਦਾ ਤਿਉਂ-ਤਿਉਂ ਪਤਾ ਲੱਗੀ ਜਾਂਦਾ ਕਿ ਮੈਂ ਕੀ ਕੁਛ ਕੀਤਾ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਅਮਰਦਾਸ ਜੀ ਨੇ ਲਫ਼ਜ਼ ਵਰਤਿਆ ਹੈ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ। ਸਤਿਗੁਰੂ ਕਹਿੰਦੇ ਨੇ ਕਈ ਜਨਮਾਂ ਜਨਮਾਂਤਰਾਂ ਦੀ ਇਸ ਮਨ ਨੂੰ ਮਲ ਲੱਗੀ ਤੇ ਇਹਦਾ ਅਰਥ ਬਿਲਕੁਲ ਕਾਲਾ ਸ਼ਾਹ ਹੋ ਚੁੱਕਾ ਹੈ। ਕਾਲਾ ਸ਼ਾਹ ਦਾ ਅਰਥ, ਵੈਸੇ ਤਾਂ ਸਿਆਹ ਦਾ ਅਰਥ ਵੀ ਕਾਲਾ ਹੁੰਦਾ, ਬਿਲਕੁਲ ਕਾਲਾ, ਜਿਹਦੇ ਵਿੱਚ ਚਟਿਆਈ ਨਾਮ ਦੀ ਚੀਜ਼ ਹੀ ਕੋਈ ਨਹੀਂ। ਇੰਨਾ ਕੁ ਕਾਲਾ ਹੋ ਚੁੱਕਾ ਹੈ ਕਿ ਕਦੀ ਇਹਦੇ ਅੰਦਰ ਚੰਗਾ ਖਿਆਲ ਉਤਪੰਨ ਹੀ ਨਹੀਂ ਹੋਇਆ। ਫਿਰ ਅੱਗੇ ਸਤਿਗੁਰੂ ਕਹਿੰਦੇ ਨੇ, ਜਿਸ ਤਰ੍ਹਾਂ ਤੂੰ ਧੋਣਾ ਚਾਹੁੰਦਾ ਇਹਨੇ ਧੁਪਣਾ ਨਹੀਂ। ਮਹਾਰਾਜ ਜੀ ਨੇ ਜਿਹੜੀ ਅਗਲੀ ਉਦਾਹਰਨ ਲਈ ਹੈ ਗੁਰਸਿੱਖੋ, ਉਹ ਕਦੀ ਤੁਸੀਂ ਦੇਖੋ ਕਿਤੇ ਜੇ ਮੌਕਾ ਮਿਲੇ, ਜਿੱਥੇ ਤੇਲੀ ਤੇਲ ਕੱਢਦਾ ਹੈ ਸਰੋਂ ਵਿੱਚੋਂ ਜਾਂ ਤਿਲਾਂ ਵਿੱਚੋਂ ਤੇਲ ਨਿਕਲਦਾ ਹੈ, ਉਹ ਜਦੋਂ ਤੇਲ ਕੱਢਦਾ ਹੈ ਕੋਲੂ ਵਿੱਚ, ਤੇ ਇੱਕ ਕੱਪੜਾ ਜਿਹੜਾ ਮੈਲਾ ਉਹਦੇ ਕੋਲ ਪਿਆ ਹੁੰਦਾ ਹੈ। ਜਦੋਂ ਤੇਲ ਨਿਕਲਦਾ ਹੈ, ਉਸ ਤੋਂ ਬਾਅਦ ਉਹ ਸਫਾਈ ਕਰਨ ਵਾਸਤੇ ਉਸ ਕੱਪੜੇ ਦੀ ਵਰਤੋਂ ਕਰਦਾ ਹੈ। ਉਸ ਕੱਪੜੇ ਨੂੰ ਕਿਹਾ ਜਾਂਦਾ ਖਨਲੀ, ਤੇਲ ਸਾਫ਼ ਕਰਨ ਵਾਲਾ ਕੱਪੜਾ। ਉਹਨੂੰ ਪਰੋਲਾ ਨਹੀਂ ਆਪਾਂ ਕਹਿੰਦੇ, ਪੋਚਾ ਨਹੀਂ ਕਹਿੰਦੇ। ਜਿਵੇਂ ਬਾਹਰ ਮੁਖੀ ਘਰ 'ਚ ਪੋਚਾ ਫੇਰਨੇ ਆ, ਕੱਪੜਾ ਵਰਤਨੇ ਆ, ਕਹਿੰਦੇ ਆ ਪੋਚਾ। ਉਹਨੂੰ ਉਹ ਪੋਚਾ ਨਹੀਂ ਕਹਿੰਦਾ, ਉਹਦੇ ਲਈ ਸ਼ਬਦ ਵਰਤਦਾ ਹੈ ਖਨਲੀ। ਜਿਉਂ-ਜਿਉਂ ਉਹ ਤੇਲ ਵਾਲਾ ਸਾਰੀ ਜਿਹੜਾ ਕੋਲੂ ਹੈ ਉਹਨੂੰ ਸਾਫ਼ ਕਰਦਾ ਹੈ, ਜਿਸ ਕੱਪੜੇ ਨੂੰ ਸਾਫ਼ ਕਰਦਾ ਉਹ ਖਨਲੀ ਹੈ। ਹੁਣ ਉਸ ਕੱਪੜੇ ਦੀਆਂ ਤੰਦਾਂ ਦੇ ਵਿੱਚ ਜਿਹੜੀ ਹੈ ਉਹ ਥੰਧਿਆਈ ਚਲੀ ਗਈ। ਕੱਲੀ ਥੰਧਿਆਈ ਨਹੀਂ, ਉਸ ਕੱਪੜੇ ਦੇ ਵਿੱਚ ਪਈ ਹੋਈ ਮੈਲ ਵੀ ਚਲੀ ਗਈ। ਮੈਂ ਬੇਨਤੀ ਕਰਾਂਗਾ, ਇਹ ਕਥਾ ਨੌਲੇਜ ਵਾਸਤੇ ਨਹੀਂ, ਗੁਰਮੁਖੋ ਮੈਂ ਤੇ ਤੁਸੀਂ ਇਹ ਤਾਂ ਵਿਚਾਰਨੇ ਪਏ ਆ। ਬਾਬਾ ਨਾਨਕ ਜੀ ਨੇ ਕਿਹਾ ਕਿ ਸੁੱਚਾ ਉਹ ਹੀ ਹੈ ਜਿਹਦਾ ਅੰਦਰ ਸੁੱਚਾ ਹੋ ਜਾਂਦਾ ਹੈ, ਤੇ ਅੰਦਰੋਂ ਸੁੱਚਾ ਉਹ ਹੁੰਦਾ ਜਿਹਦੇ ਮਨ ਵਿੱਚ ਸੋਏ ਵਸ ਜਾਂਦਾ ਹੈ। ਜਿਸ ਮਨ ਵਸਿਆ ਸੋਏ, ਜਿਹਦੇ ਅੰਦਰ ਪਰਮੇਸ਼ਵਰ ਆ ਵਸਦਾ। ਹੁਣ ਉਸ ਕੱਪੜੇ ਦੀਆਂ ਤੰਦਾਂ ਵਿੱਚ ਚਕਨਾਹਟ ਆ ਗਈ, ਉਸ ਕੱਪੜੇ ਵਿੱਚ ਥੰਧਿਆਈ ਆ ਗਈ, ਉਸ ਕੱਪੜੇ ਦੇ ਵਿੱਚ ਮੈਲ ਆ ਗਈ। ਹੁਣ ਤੇਲੀ ਉਸ ਖਨਲੀ ਨੂੰ ਚੁੱਕ ਕੇ, ਉਸ ਕੱਪੜੇ ਨੂੰ ਚੁੱਕ ਕੇ ਜੇ ਯਤਨ ਕਰੇ, ਬਾਹਰ ਮੈਂ ਟੂਟੀ ਲੱਗੀ ਹੋਵੇ, ਨਲਕੇ ਦੇ ਗੇੜ ਕੇ ਮੈਂ ਪਾਣੀ ਨਾਲ ਧੋ ਲਾਂ, ਪਿਆਰਿਓ ਤੁਸੀਂ ਦੇਖੋਗੇ ਉਹ ਧੋਣ ਦਾ ਯਤਨ ਕਰੇਗਾ, ਪਰ ਉਹਦੇ ਅੰਦਰ ਦੀ ਥਿੰਦੇ ਵਾਲੀ ਮੈਲ ਜਿਹੜੀ ਬਾਹਰ ਨਹੀਂ ਨਿਕਲੇਗੀ। ਉਹ ਸਾਬਣ ਨਾਲ ਧੋਣ ਦਾ ਯਤਨ ਕਰੇਗਾ, ਚੇਤੇ ਰੱਖਿਓ ਉਹ ਸਾਬਣ ਨਾਲ ਵੀ ਮੈਲ ਨਹੀਂ ਉਤਰਦੀ। ਪਰ ਜੇ ਕਿਤੇ ਪਾਊਡਰ, ਕੈਮੀਕਲ, ਮਸਾਲੇ ਪਾ ਕੇ ਧੋਣ ਦਾ ਯਤਨ ਕਰੇ, ਉਹ ਧੁੱਪ ਤਾਂ ਜਾਏਗਾ ਪਰ ਉਸ ਤਰ੍ਹਾਂ ਨਿਖਰ ਕੇ ਸਾਹਮਣੇ ਨਹੀਂ ਆਏਗਾ ਜਿਵੇਂ ਨਵਾਂ ਕੱਪੜਾ ਸੀ। ਜਿਵੇਂ ਕੱਪੜਾ ਨਵਾਂ ਸੀ ਉਸ ਤਰ੍ਹਾਂ ਨਹੀਂ। ਗੁਰੂ ਅਮਰਦਾਸ ਨੇ ਦੇਖੋ ਕੈਸਾ ਪ੍ਰਮਾਣ ਲਿਆ। ਮਹਾਰਾਜ ਕਹਿੰਦੇ ਤੂੰ ਆਪਣੇ ਅੰਦਰ ਝਾਤੀ ਮਾਰ। ਤੇਲੀ ਦਾ ਜਿਹੜਾ ਕੱਪੜਾ ਖਨਲੀ ਜਿਹਨੂੰ ਕਿਹਾ ਜਾਂਦਾ ਹੈ, ਉਹਦੇ ਵਿੱਚ ਤੰਦ ਮੈਲ ਪਾਈ ਜਾਂਦੀ ਹੈ। ਉਹ ਕੱਪੜਾ ਸਿਰਫ ਇੱਕ ਵਾਰੀ ਬਣਿਆ ਹੈ। ਬੇਨਤੀ ਧਿਆਨ ਨਾਲ ਸੁਣਿਓ, ਮੈਲ ਲੱਗੇਗੀ, ਫਟ ਜਾਏਗਾ, ਕੋਈ ਸਮੇਂ ਬਾਅਦ ਉਹਦੀ ਖੋਂਦ ਮੁੱਕ ਜਾਏਗੀ। ਪਰ ਚੇਤੇ ਰੱਖੀ, ਤੇਰਾ ਮਨ ਉਸ ਕੱਪੜੇ ਦੀ ਤਰ੍ਹਾਂ ਹੈ ਜਿਹਦੀ ਖੋਂਦ ਮਰਦੀ ਨਹੀਂ। ਹਰ ਜਨਮ ਦੇ ਅੰਦਰ ਇਹ ਮੈਲ ਦੀਆਂ ਪਰਤਾਂ ਲੈ ਕੇ ਆਉਂਦਾ ਪਿਆ। ਜਿਵੇਂ ਤੇਲੀ ਦੀ ਤੇਲ ਨਾਲ ਭਿੱਜੀ ਹੋਈ ਲੀਰ ਕੱਪੜਾ ਖਨਲੀ ਸਾਫ਼ ਨਹੀਂ ਹੁੰਦੀ, ਸੱਚ ਵੇ ਜਿਹਦਾ ਅੰਦਰ ਵਕਾਰਾਂ ਦੀ ਮੈਲ ਵੀ ਚਲਾ ਗਿਆ, ਪਿੰਡੇ ਤੇ ਪਾਣੀ ਪਾਣ ਨਾਲ ਉਹਦਾ ਅੰਦਰ ਵੀ ਨਹੀਂ ਸਾਫ਼ ਹੋ ਸਕਦਾ। ਇਹ ਸ਼ਬਦ ਅਸੀਂ ਸਾਰੇ ਪੜ੍ਹਨੇ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਣ ਪਾਹ। ਜੇ 100 ਸ਼ਬਦ ਵਰਤਿਆ, 100 ਵਾਰੀ ਵੀ ਉਹਨੂੰ ਪਾਣੀ 'ਚ ਰੱਖ ਕੇ ਧੋ। ਫਿਰ ਸਤਿਗੁਰੂ ਬੜੀ ਬਖਸ਼ਿਸ਼ ਕਰਦੇ ਆ। ਇਹ ਨਹੀਂ ਕਿ ਕੱਲਾ ਕਹਿ ਦਿੱਤਾ ਤੂੰ ਮੈਲਾ। ਮੈਂ ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਗੁਰੂ ਘਰ ਵਿੱਚ ਕੱਲੇ ਪ੍ਰਸ਼ਨ ਨਹੀਂ, ਇੱਥੇ ਉੱਤਰ ਵੀ ਹੈ। ਗੁਰੂ ਘਰ ਵਿੱਚ ਕੱਲੀ ਸਮੱਸਿਆ ਨਹੀਂ, ਇੱਥੇ ਸਮਾਧਾਨ ਵੀ ਹੈ। ਗੁਰੂ ਘਰ ਦੇ ਅੰਦਰ ਕੱਲੀ ਰੋਗ ਦੀ ਗੱਲ ਨਹੀਂ, ਇੱਥੇ ਦਵਾਈ ਵੀ ਹੈ। ਗੁਰੂ ਘਰ ਦੇ ਅੰਦਰ ਕੱਲੀ ਵਿਛੋੜੇ ਦੀ ਗੱਲ ਨਹੀਂ, ਇੱਥੇ ਵਸਲ ਦਾ ਤਰੀਕਾ ਵੀ ਦੱਸਿਆ ਹੈ। ਗੁਰੂ ਘਰ ਅੰਦਰ ਕੇਵਲ ਮਨਮੁਖਤਾਈ ਦੀ ਗੱਲ ਨਹੀਂ,
ਇੱਥੇ ਗੁਰਮੁਖ ਤਾਈ ਕਿਵੇਂ ਪੈਦਾ ਹੁੰਦੀ ਉਹਦਾ ਵੀ ਉੱਤਰ ਹੈ। ਹੁਣ ਇੱਥੋਂ ਤੱਕ ਤੇ ਰੋਗ ਦਾ ਜ਼ਿਕਰ ਹੈ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ, ਖਨਲੀ ਧੋਤੀ ਉਤਲੀ ਨਾ ਹੋਵੀ, ਜੇਸੋ ਧੋਵਨ ਪਾਹੋ। ਅਗਲੇ ਬਚਨ ਨੇ ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਮਤ ਹੋਵੇ ਬਦਲਾਹੋ। ਇਸ ਤੁਕ ਨੂੰ ਧਿਆਨ ਨਾਲ ਸੁਣਿਆ। ਸਤਿਗੁਰੂ ਕਹਿੰਦੇ ਨੇ ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਮਤ ਹੋਵੇ ਬਦਲਾਹੋ। ਉਲਟੀ ਮਤ, ਬਦਲਾਹੋ ਦਾ ਅਰਥ ਬਦਲ ਆ ਗਿਆ, ਚੇਂਜ ਹੋ ਗਿਆ। ਕਹਿੰਦੇ ਨੇ ਜਿਹੜਾ ਗੁਰੂ ਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਸੱਚ ਐਵੇਂ ਜੀਵਤ ਭਾਵ ਤੋਂ ਮਰ ਜਾਂਦਾ ਹੈ, ਜਿਉਂਦੇ ਜੀ ਮਰ ਜਾਂਦਾ ਹੈ। ਇੱਕ ਹੁੰਦਾ ਹੱਠ ਕਰਕੇ ਮਰਨ ਦਾ ਯਤਨ ਕਰਨਾ, ਇੱਕ ਹੁੰਦਾ ਸਹਿਜੇ ਹੋ ਕੇ ਮਰ ਜਾਣਾ। ਪਰ ਇਹਨੂੰ ਫਿਰ ਬੇਨਤੀ ਸੁਣਿਓ ਕਿ ਜੀਵਤ ਮਰਨਾ ਬਹੁਤ ਉਹਦੀ ਕਿਰਪਾ ਹੋਵੇ ਤਾਂ। ਤੁਸੀਂ ਮੁਰਦੇ ਦੀ ਕਦੀ ਇੱਛਾ ਦੇਖੀ? ਫਿਰ ਬੇਨਤੀ ਸੁਣੋ, ਜੀਵਤ ਭਾਵ ਤੋਂ ਮਰਨਾ ਕੀ ਹੈ? ਮੁਰਦੇ ਦੀ ਕਦੀ ਇੱਛਾ ਦੇਖੀ? ਉਹਨੂੰ ਚੰਦਨ ਦਾ ਲੇਪਣ ਕਰ ਦਿਓ, ਉਹ ਕਦੀ ਵਾਹ 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 ਨਹੀਂ ਕਰਦਾ। ਆ ਬਾਹਰ ਡੰਪ ਬਣਿਆ ਹੋਵੇ ਕਿਤੇ ਗੰਦਗੀ ਦਾ, ਕੂੜੇ ਦਾ, ਉਹਦੇ ਵਿੱਚ ਸੱਟ ਦਿਓ ਤੇ ਕਦੀ ਉਹ ਉਲਾਮੇ ਨਹੀਂ ਦਿੰਦਾ। ਸਿਆਲ ਵਿੱਚ ਉਹਨੂੰ ਠੰਡ ਕੋਈ ਨਹੀਂ ਲੱਗਦੀ, ਗਰਮੀ ਵਿੱਚ ਉਹਨੂੰ ਗਰਮੀ ਕੋਈ ਨਹੀਂ ਲੱਗਦੀ ਪਈ। ਉਹਨੂੰ ਪਾਣੀ, ਭੁੱਖ, ਪਿਆਸ ਕੁਝ ਵੀ ਨਹੀਂ। ਬਸ ਅਸੀਂ ਇੱਕ ਪੱਖ ਲੈਣਾ ਗੁਰਮਖੋ ਕਿ ਮੁਰਦੇ ਦੀ ਕਦੀ ਕੋਈ ਖਾਹਿਸ਼ ਨਹੀਂ ਹੁੰਦੀ, ਮੁਰਦੇ ਦੀ ਕੋਈ ਇੱਛਾ ਨਹੀਂ ਹੁੰਦੀ। ਮੁਰਦੇ ਨੂੰ ਪਾਣੀ, ਪਿਆਸ, ਭੁੱਖ ਕੁਝ ਵੀ ਨਹੀਂ, ਕੱਪੜੇ ਦੀ ਕੁਝ ਲੋੜ ਨਹੀਂ। ਪਿਆਰਿਓ, ਜੇ ਨਾਮ ਹੀ ਖੱਪਣ ਪਾਓ ਤੇ ਮੁਰਦੇ ਨੇ ਕਿਹੜੇ ਆਵਾਜ਼ਾਂ ਮਾਰ ਕੇ ਕਹਿਣਾ ਮੇਰੇ ਤਨ ਨੂੰ ਢੱਕ ਦਿਓ। ਬਸ ਇਹ ਜੀਵਤ ਭਾਵ ਤੋਂ ਮਰਨ ਦਾ ਅਰਥ ਕੀ ਹੈ? ਜਿਵੇਂ ਇੱਕ ਮੁਰਦੇ ਦੀ ਕੋਈ ਇੱਛਾ, ਕੋਈ ਖਾਹਿਸ਼ ਨਹੀਂ, ਪਰ ਉਹ ਹੱਠ ਤਾਂ ਨਹੀਂ ਕਰ ਰਿਹਾ ਨਾ। ਉਹਨੇ ਹੱਠ ਕਰਕੇ ਨਹੀਂ ਕਿਹਾ, ਉਹਨੇ ਆਪਣੇ ਆਪ ਨੂੰ ਦਬਾ ਕੇ ਨਹੀਂ ਕਿਹਾ। ਮੁਰਦਾ ਲਾਸ਼ ਦਾ ਤਾਂ ਸੁਤੇ ਸਿੱਧ ਹੀ ਇਹ ਬਣ ਜਾਂਦਾ ਹੈ। ਸੁਭਾਅ ਲਫ਼ਜ਼ ਮੈਨੇ ਵਰਤਾਂਗਾ ਕਿਉਂਕਿ ਮੁਰਦੇ ਦਾ ਤਾਂ ਸੁਭਾਅ ਹੈ ਹੀ ਨਹੀਂ। ਉਹ ਸੁਤੇ ਸਿੱਧ ਕੀ, ਉਹਦੀ ਸਰੀਰ ਦੀ ਇਹੋ ਜਿਹੀ ਰੱਬ ਨੇ ਖੇਡ ਬਣਾ ਦਿੱਤੀ, ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਸੱਚ ਇਹ ਵੇ ਜਿਵੇਂ ਸਰੀਰ ਮੁਰਦਾ ਹੋ ਜਾਏ, ਉਹਦੀ ਕੋਈ ਇੱਛਾ ਰਹਿੰਦੀ ਨਹੀਂ ਖਾਣ ਦੀ, ਪਾਣ ਦੀ, ਵੇਖਣ ਦੀ, ਸੁਣਨ ਦੀ। ਜਿਹੜਾ ਸ਼ਬਦ ਵਿੱਚ ਮੁਰਦਾ ਹੋ ਜਾਂਦਾ ਹੈ, ਚੇਤੇ ਰੱਖਿਓ ਉਹਦੇ ਅੰਦਰ ਦੀਆਂ ਇੱਛਾਵਾਂ ਆਪਣੇ ਆਪ ਹੀ ਲੀਨ ਹੋ ਜਾਂਦੀਆਂ, ਉਹਦੀ ਕੋਈ ਇੱਛਾ ਨਹੀਂ। ਭਾਈ ਸਾਹਿਬ ਨੇ ਤਾਂ ਹੀ ਇਹ ਸ਼ਬਦ ਵਰਤਿਆ ਸੀ ਕਿ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੈ। ਬੇਨਤੀ ਹੈ ਕਿ ਜੀਵਤ ਭਾਵ ਤੋਂ ਮਰ ਜਾਏ, ਉਹਦੀ ਕੋਈ ਇੱਛਾ ਨਹੀਂ, ਕੋਈ ਉਹਦਾ ਫੁਰਨਾ ਹੀ ਨਹੀਂ। ਤੇ ਬੜੇ ਗੁਰਸਿੱਖ ਐਸੇ ਨੇ ਗੁਰਮਖੋ, ਜਦੋਂ ਜੀਵਨ ਪੜੋਗੇ ਪਤਾ ਲੱਗਦਾ ਜਿਉਂਦੇ ਭਾਵ ਤੋਂ ਕਿਵੇਂ ਮਰੇ। ਮਨ ਦੀ ਈਗੋ ਹੀ ਸਾਨੂੰ ਟਿਕਣ ਨਹੀਂ ਦਿੰਦੀ। ਜਦੋਂ ਕੋਈ ਜੀਵਤ ਭਾਵ ਤੋਂ ਮਰ ਜਾਂਦਾ, ਉਹਦੀ ਮਤ ਬਦਲ ਜਾਂਦੀ ਹੈ। ਫਿਰ ਸੁਣੋ, ਅਸੀਂ ਉਦਾਹਰਨ ਉਹੀ ਵਰਤ ਲੈਂਦੇ ਹਾਂ ਦੁਬਾਰਾ। ਜਿੰਨੀ ਦੇਰ ਤੱਕ ਬੰਦਾ ਜਿਉਂਦਾ ਹੈ, ਉਹਦੀ ਜੀਭ ਖਾਣ ਨੂੰ ਮੰਗਦੀ ਹੈ, ਅੱਖਾਂ ਦੇਖਣ ਨੂੰ ਮੰਗਦੀਆਂ ਨੇ, ਕੰਨ ਸੁਣਨ ਨੂੰ ਮੰਗਦੇ ਨੇ, ਸਕਿਨ ਜਿਹੜੀ ਹੈ ਉਹ ਸੁੱਖ ਮੰਗਦੀ ਹੈ। ਤੇ ਜਦੋਂ ਮਰ ਜਾਂਦਾ ਸਭ ਕੁਝ ਬਦਲ ਜਾਂਦਾ। ਉਲਟ ਗਿਆ ਨਾ, ਉਹਦੀ ਕੋਈ ਇੱਛਾ ਨਹੀਂ। ਜਿਵੇਂ ਜਿਉਂਦਾ ਬੰਦਾ, ਉਹਦੀ ਮਤ ਸਭ ਕੁਝ ਵਾਸ਼ਨਾਵਾਂ ਦੀ ਪੂਰਤੀ ਮੰਗਦੀ ਏ। ਮਰੇ ਹੋਏ ਬੰਦਾ ਸਰੀਰ ਉਹੀ ਏ, ਸਭ ਕੁਝ ਉਲਟ ਗਿਆ, ਕੁਝ ਨਹੀਂ ਚਾਹੀਦਾ। ਜਦੋਂ ਜੀਵਤ ਭਾਵ ਤੋਂ ਕੋਈ ਮਰ ਜਾਂਦਾ ਹੈ, ਉਹਦੀ ਮਤ ਬਦਲ ਜਾਂਦੀ ਹੈ, ਉਹਦੀਆਂ ਇੱਛਾਵਾਂ ਕੋਈ ਰਹਿੰਦੀਆਂ ਹੀ ਨਹੀਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਵਣ ਪਾਹੋ। ਜੇ ਸੋ ਧੋਵਣ ਪਾਹੋ, ਸੂਚੇ ਇਹ ਨਾ ਆਖੀਆਂ ਬੈਣ ਜੇ ਪਿੰਡਾ ਧੋਏ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਮਤ ਹੋਵੇ ਬਦਲਾਹੋ। ਨਾਨਕ ਮੈਲ ਨਾ ਲੱਗੀ, ਨਾ ਫਿਰ ਜੋਨੀ ਪਾਹੋ। ਗੁਰੂ ਅਮਰਦਾਸ ਕਹਿੰਦੇ ਨੇ ਇਸ ਤਰੀਕੇ ਨਾਲ ਫਿਰ ਤੈਨੂੰ ਮੈਲ ਨਹੀਂ ਲੱਗੇਗੀ, ਤੈਨੂੰ ਜੋਨਾਂ ਵਿੱਚ ਨਹੀਂ ਜਾਣਾ ਪਏਗਾ। ਅਗਲੀ ਬੇਨਤੀ ਕਰਾਂ, ਮਨ ਮੈਲ ਕਰਕੇ ਖਿੰਡਦਾ ਹੈ। ਮੈਂ ਇਹ ਲਫ਼ਜ਼ ਪਹਿਲਾਂ ਵੀ ਵਰਤਿਆ। ਸਾਨੂੰ ਥੋੜ੍ਹਾ ਜਿਹਾ ਗੁਰੂ ਸਾਹਿਬ ਦੇ ਪਿਆਰੇ ਸਿੱਖ ਭਾਈ ਗੁਰਦਾਸ ਸਾਹਿਬ ਜੀ, ਜਿਹੜੇ ਸਾਡੀ ਅਗਵਾਈ ਕਰਦੇ ਨੇ, ਜਿੱਥੇ ਜਿੱਥੇ ਸ਼ਬਦ ਦੀ ਕੋਈ ਘੁੰਡੀ ਦਿਸਦੀ ਹੈ ਕਿ ਕਥਾ ਵਿਚਾਰ ਤੋਂ, ਉੱਥੇ ਬੜਾ ਸਹਾਰਾ ਦਿੰਦੇ ਨੇ। ਉਹਨਾਂ ਦਾ ਇੱਕ ਅੰਮ੍ਰਿਤ ਬੋਲ ਹੈ ਜੀ, ਪਵਨ ਗਵਨ ਜੈਸੇ ਗੁੱਡੀਆ ਉਡਤ ਰਹੇ, ਪਵਨ ਰਹਿਤ ਗੁੱਡੀ ਉਡ ਨਾ ਸਕਤ ਹੈ।
डोरी की मरोर जैसे लटवा फिरत रखे, ताओ खाओ मिटे गिर परा खबे थकत कै। कंचन अशुद्ध जो कोठारी ठह रात नहीं, शुद्ध पै निश्चल छब कै शब्द कै। दुर्मत दुबदा भरमत है चतुर कुंट। भाई साहब वरदे ने, गुरमत एक टेक मोन ना बकत है। चलो कवित मैं पढ़ दिता, पर मैं ये तिन्ने उदाहरण थोड़ियां जिहियां व्याख्या वास्ते वरतनियां ने। असी कहने मन भजदा है, दौड़दा है, यही कहने ना, मन भटकदा, मन टिकदा कोई नहीं। भाई साहब कहते ने जे मन नहीं टिकदा तो फिर दूजे नूं पुछण दी थां अपनी खुद पड़चोल कर क्यों नहीं टिकदा। उंज वैसे असीं जाके पुछने आ किसी नूं भी मन मेरा क्यों नहीं टिकदा। भाई साहब कहते ने किसी नूं पुछण दी थां अपने अंदर नूं पुछ क्यों नहीं टिकदा। पुछिए भाई साहब जी, अपने आप नूं पुछां किवें पता लग जाएगा। उन्हां कहा आ मैं तेनूं दसां, 3 क बचन बाहर दियां उदाहरणां दित्तियां। मेरा ख्याल शायद मैं इत्थे अर्ज कीती सी एक बार। एक बच्चा दुकान तो पतंग खरीद के लियाउंदा है, जां मान लो आप पतंग बनांदा है कागज़ लिया के, वो बड़े चाह नाल उन्हें पतंग खरीदी जां बनाई ते मकान की छत ते चढ़िया ते कहंदा अज मैं छुट्टी का दिन है, सारा दिन पतंग उड़ानी। अद्धे क घंटे बाद डोर लपेट के ते पतंग हाथ च पकड़ के थले उतरिया हुंदा। जिन्हों पुछिए भी तू तां कहंदा सारा दिन पतंग उड़ानी है, तो वह कहंदा पतंग अज उड़दी नहीं पई। क्यों? तो कहंदा ज हवा नहीं तेज चलती पई। हवा नहीं ना, हवा होवेगी तो पतंग उड़ेगी, जे हवा नहीं तो पतंग डोर वापस थले आ जाएगा लैके। चेते रखियो, हवा सहारा देंदी है ते पतंग आसमान विच उड़दी है। भाई साहब कहंदे ने मन दे गंदे फुरने खुलारा देंदे ने ते मन उड़दा है। जे मन दे फुरनी मर जान ते मन अपने आप ही टिक जाए। कली पतंग नहीं उड़दी, उन्होंने पिछे कोई अदृष्ट उड़ाण वाला। चलो डोरी तो सानू दिसदी, असीं वेखने डोरी नाल पतंग बज्जी है, बंदा उस डोरी नाल उहनूं अगे करदा है, पर चेते रखियो कली डोर नाल कदी पतंग नहीं उड़दी हुंदी, हवा दे संग करके पतंग उड़दी हुंदी। भाई साहब ने बड़ी सोहनी उदाहरण ली। कहंदे जे तेरा मन भटकदा पिया है ते चेते रखी इनू फुरनियां दी हवा भटकांदी पई है। हवा तेज उडेगी ते पतंग आसमान विच उडेगी। ते प्यारिओ याद रखो, जदों अंदर गंदे मंदे फुरनियां दी हवा उडेगी, जिन्ना मर्जी यतन करो साडा मन जरूर उडेगा, भटकेगा। हवा दे दोष करके पतंग उड़दी है, मैले फुरनियां दे करके मन उड़दा है। अगला बचन, आ निक्के निक्के न्याणे फिरकी चलाते, भमीरी चलाते सन जी। भमीरी लफ्ज भी अजकल गुम हो चुका है। हुण कई बारी कई न्याणे तुसीं देखदे हो अज भी मिलदा है, घुम्मण वाले लाटू मिलते हैं, उपर उहदे रस्सी। भमीरी अपने आप विचारी कोई नहीं घुमदी हुंदी, फिरकी जिहड़ी है वो भी तां घुमदी है, उपरों एक बारी आपां घुमा देने। देखो जी लकड़ की भमीरी बनी हुंदी सी, चलो अजकल प्लास्टिक दियां मिलदियां ने, तुसीं एक बारी थोड़ा जोर लांदे हो ना, एक बारी खत्त च पकड़ के भमीरी नूं घुमा दिता ते नाल वेखी जांदे हो किन्ना समां वो घुमदी है। जे एक बारी हत्थ नाल घुमाई कोई फिरकी भमीरी, किन्ना समां घुमी जांदी है। प्यारिओ एक फुरना भैड़ा पैदा हो जाए तो किन्नी तरह किन्नी समां किन्ना वक्त इस मन नूं भमीरी की तरह घुमाई जाता है। ज़्यादा समां भमीरी घुमाण नहीं लगता नहीं, सिर्फ हत्थ का थोड़ा जिहा इशारा उस फिरकी नूं किन्ना समां घुमाई जाता है। प्यारिओ एक गंदा फुरना साडे मन नूं कई बारी सारा सारा दिन घुमाई जाता है। भाई साहब कहते जिवें लाटवा धागे नाल बन्निया है, डोर नूं चंगी तरह मरोड़ा दे दिओ ते सच ये वे जिस डोर दे उपर मरोड़ा दिता जाए वो लाटू घूमन लग पैंदा है, ते जदों डोर दा मरोड़ा खत्म हो जाए अपने आप थक के वो लाटू जमीन ते डिग पैंदा है। प्यारो सच ये वे कि बाहर दे पिंडे धोण नाल इहने कोई नहीं जे रुकना, जदों अंदर दे वट इहदे निकल जाणगे मन दी फिरकी अपने आप ही रुक जाएगी।
पहली मैं बेनती की पतंग उड़दी है हवा दे दोष करके, भमीरी उड़दी है खत दे वट करके। तीसरा बचन असी बड़ी वारी बाणी चो पढ़िया है कि सोना कुठाली च पिया होया भटकदा दौड़दा मैल करके। जदों सोने दी मैल खत्म हो जाए प्यारिओ, अपने आप सोना कुठाली विच टिक जांदा है। जदों शब्द दी कमाई नाल अंदर दी मैल खत्म हो जाए, पिंडे धोण दी लोड़ नहीं, उदों मन भी अपने आप टिक जाता है। भाई साहब की रचना असीं फिर पढ़ लैने हाँ कि पवन गवन जैसे गुडिया उड़त रहे, पवन रहत गुडी उड़ ना सकत है। हवा ना दो पतंग ने की उड़ना है। डोरी की मरोर जैसे लटवा फिरत रखे, फुरनिया दे मरोड़े इस लटवे मन नूं भजांदे पए ने। उदाहरणां बाहर दियां ने, टुकदियां सारियां मनते ने। डोरी की मरोर जैसे लटवा फिरत रखे, ताओ खाओ मिटे गिर परै खावै थकत कै। कंचन अशुद्ध मैला सोना कोठाली विच नहीं रुकदा। कंचन अशुद्ध कोठारी ठहरात नहीं, शुद्ध पै नेचल मैल सड़ गई तो शुद्ध हो जाता है, टिक जाता है। शुद्ध पै नेचल शब कै शक्त कै। प्यारिओ दुरमत दुबदा भरमत है चतर कुंठ। भैड़ी मत वाला माणी तां भटकदा है, दुबदा वाला माणी तां खंडित रहिंदा है। दुबदा दुरमत दुबदा भरमत है चतर कुंठ। अगे भाई साहब कहते गुरमत एक टेक, जिहड़ा गुरु दी मत दा सहारा लैंदा है, जिहड़ा शब्द दा सहारा लैंदा है। गुरमत एक टेक मोन ना बकत कै। ਉਹਦੇ मन दे फुरने अपने आप टिक जाते हैं, वो दोबारा बोलते हैं। मैं सिर्फ अजे बाणी चो प्रमाण दे रहा। गुरमुखो असल च दो चीज़ां सारे मन नूं बहुत ज़्यादा खिंडांदियां ने। गुरु तेग बहादुर साहब जी ने पूछया तो उन्होंने अपनी रचना च ये दो बचन बड़ी वारी कहे। वो पहली गल अंदर दी धन दी तृष्णा बंदे नूं टिकन नहीं देंदी। शरीर भावें छोटा होवे, शरीर भावें वड्डा होवे, उम्र भावें बचपन होवे, जवानी होवे, बुढ़ेपा होवे। गुरु ग्रंथ साहिब जी दे बचन ने, गुरु तेग बहादुर साहिब दे, कि जिन्ना किसे बंदे दा अंदर बाहर मुखी तृष्णा विच प्रवृत्त होवेगा, उन्नी तृष्णा उहदे अंदर नूं पटकाएगी, टिकन नहीं देगी। ते दूजा जिन्ना किसे अंदर काम दे फुरने उठणगे, उन्ना उहदा मन कदी टिकेगा नहीं, भटकेगा। सतगुरु ने दोनों बचन ये गुरु ग्रंथ साहिब च बख्शिश कीते। एक तां सी शब्द पढ़ने साधो ये मन गहो न जाई, भले पुरखो ये मन काबू नहीं आउंदा पिया। साधो ये मन गहो न जाई, चंचल तृष्णा संग बहत बस्त है, तांते थिर ना रखाई। ये लफ्ज बड़ा सौखा। चंचल तृष्णा इस मन दे नाल है, ये टिकदा ही नहीं पिया। कई बारी गुरमुखो जिवें आपां कहने हैं ना जी, अज बड़ा सोहना टिक गया मन, कहने हैं ना भी अज पाठ करदे बड़ा मन टिक गया। चेते रखियो उस टिका विच भी एक खंडा बनिया हुंदा है। जे मेरे अंदर नूं ये पता लग गया भी टिक गया है, वो जिहड़ी बिरती देखदी भी टिक गई, वो भी एक खंडा पैदा कर रही है। गल फिर सूक्ष्म समझ पाएगी। जदों आपां कहने हैं बिल्कुल टिक गया है, चेते रखियो उदों टिकिया होया भी खंडित होया हुंदा है। कई बारी एक सज्जन दे बोल ने, उस कवि का नाम सी अनाथ। उहदा एक दोहरा है, मैं आप जी नूं जरूर सुना देना। वो कहंदे ने अजकल मान लो कई बारी लगदा भी गुम लगा है, बिल्कुल हुमस बड़ा है, हवा नहीं चलती पई। साडे शहर च पिपल दे रुख बड़े ने सड़कां ते। कदी सैर करदे तुसी जिन्नू जदों कहने हवा बिल्कुल रुकी हुई है, ध्यान नाल किते पिपल दे पत्तियां नूं नीज ला के देखियो, साडे शरीर नूं महसूस हुंदा है हवा बिल्कुल नहीं चलदी। आप जी शिखर देखोगे तो पिपल दा कोई ना कोई पत्ता जरूर हिलदा होवेगा, उहदे च कंपन होवेगी। सानू लगदा है कि बिल्कुल रुकिया होया सब कुछ, हवा नहीं। पर प्यारिओ पिपल दे पत्तियां दे विच हरकत फिर भी रहिंदी, वो कंबदे रहिंदे ने। दीवा बाल के जितने मर्जी गहरे तहखाने बेसमेंट विच लै जाओ,
ਤੁਸੀਂ ਦੇਖੋਗੇ ਉਹਦੀ ਲਾਟ ਵਿੱਚ ਕੰਪਨ ਜ਼ਰੂਰ ਰਹੇਗੀ, ਉਹਦੀ ਜਿਹੜੀ ਲੋਹ ਖਿਲਦੀ ਰਹੇਗੀ। ਬੜੇ ਸੋਹਣੇ ਉਹਦੇ ਮੈਨੂੰ ਬਚਨ ਚੰਗੇ ਲੱਗੇ। ਉਹ ਲਿਖਦਾ, ਦਲ ਦਲ ਭਾਤ ਭਾਤ ਕਾ ਪਟ ਦਾਮਨ ਕੱਛਪ ਮਾਥ। ਉਹਨੇ 3-4 ਗੱਲਾਂ ਇਕੱਠੀਆਂ ਇੱਕ ਤੁਕ 'ਚ ਕਹਿ ਦਿੱਤੀਆਂ। ਕਹਿੰਦੇ ਪਿੱਪਲ ਦੇ ਪੱਤੇ ਖਿਲਦੇ ਰਹਿੰਦੇ ਨੇ, ਜਿਹੜਾ ਨਿਸ਼ਾਨ ਹੈ ਝੰਡਾ ਹੈ, ਤੁਸੀਂ ਯਤਨ ਕਰੋ ਵੀ ਬਿਲਕੁਲ ਰੁਕ ਗਿਆ, ਪਰ ਧਿਆਨ ਨਾਲ ਦੇਖਿਓ ਝੰਡਿਆਂ ਦੇ ਫਰਰੇ ਥੋੜੇ ਥੋੜੇ ਖਿਲਦੇ ਜ਼ਰੂਰ ਰਹਿੰਦੇ ਨੇ। ਕੱਛੂ ਕੁੰਮੇ ਦੀ ਸਿਰੀ ਕਦੀ ਥਿਰ ਨਹੀਂ ਰਹਿੰਦੀ, ਕਦੀ ਕੱਛੂ ਕੁੰਮੇ ਦਾ ਸਿਰ ਬਾਹਰ ਨਿਕਲ ਆਉਂਦਾ, ਕਦੀ ਅੰਦਰ ਚਲਾ ਜਾਂਦਾ। ਬਿਜਲੀ ਅਸਮਾਨ ਦੀ ਕਦੀ ਟਿਕਦੀ ਨਹੀਂ, ਉਹ ਇੰਨੀ ਛੋਲੀ ਚੰਚਲ ਹੈ ਕਿ ਇੱਕ ਖਿੰਦ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਉਹ ਚਮਕਾਰਾ ਮਾਰ ਕੇ ਅਲੋਪ ਹੋ ਜਾਂਦੀ। ਕਹਿੰਦੇ ਨੇ ਜਿਹੜੀ ਭੂਤਾਂ ਦੀ ਅੱਗ ਉਹ ਵੀ ਟਿਕਦੀ ਨਹੀਂ ਰਹਿੰਦੀ, ਤੇ ਦੀਵੇ ਦੀ ਉੱਪਰ ਵਾਲੀ ਬੱਤੀ ਵੀ ਟਿਕਦੀ ਨਹੀਂ ਰਹਿੰਦੀ। ਕਹਿੰਦੇ ਸੱਚ ਇਹ ਵੇ ਮਨ ਸਿਰਫ ਖੇਰਾ ਫੇਰੀਆਂ ਕਰਦਾ ਹੈ, ਜਦੋਂ ਟਿਕਾ ਕਹਿੰਦੇ ਆ ਉਦੋਂ ਵੀ ਕੋਈ ਨਾ ਕੋਈ ਫੁਰਨਾ ਬਣਾ ਕੇ ਬੈਠਾ ਹੁੰਦਾ ਹੈ। ਉਹਨਾਂ ਦੇ ਬੋਲ ਨੇ, ਦਲ ਦਲ ਪਾਤ ਪਾਤ ਕਾ ਪਟ ਦਾਮਨ ਕੱਛਪ ਮਾਤ ਭੂਤ ਦੀਪ ਦੀਪਕ ਸਿਖਾ ਇਹ ਮਨ ਬਿਰਤ ਅਨਾਥ। ਇਹ ਸਾਡੇ ਮਨ ਦੀ ਬਿਰਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ 2 ਤਰੀਕੇ ਨੇ। ਇੱਕ ਤ੍ਰਿਸ਼ਨਾ ਮਨ ਨੂੰ ਨਹੀਂ ਟਿਕਣ ਦਿੰਦੀ, ਮੈਂ ਸ਼ਬਦ ਵਰਤਿਆ, ਸਾਧੋ ਇਹ ਮਨ ਗਇਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਂ ਤੇ ਥਿਰ ਨਾ ਰਖਾਈ। ਦੂਜਾ ਸਤਿਗੁਰੂ ਨੇ ਸ਼ਬਦ ਵਰਤਿਆ, ਪਾਪੀ ਹੀਐ ਮੈਂ ਕਾਮ ਬਸਾਏ, ਮਨ ਚੰਚਲ ਜਾਤੇ ਗਇਓ ਨਾ ਜਾਏ। ਜਿੰਨਾ ਅੰਦਰ ਵਸ਼ਈਏ ਵੇ ਗੁਰਮੁਖੋ, ਸੱਚ ਜੇ ਜਿੰਨਾ ਕਾਮੀ ਅੰਦਰ ਏ ਉਹਨਾਂ ਭਟਕਿਆ ਖਿੰਡਿਆ ਹੋਇਆ। ਤੇ ਮਹਾਰਾਜ ਕਹਿੰਦੇ ਨੇ ਕੱਲਾ ਤੂੰ ਨਹੀਂ, ਜੋਗੀ ਜੰਗਮ ਅਰ ਸੰਨਿਆਸ ਸਭ ਹੀ ਪਰ ਡਾਰੀ ਇਹ ਫਾਂਸ। ਇਸ ਕਾਮ ਨੇ ਸਭ ਦੇ ਉੱਤੇ ਫੰਦਾ ਪਾਇਆ, ਇਹ ਛੇਤੀ ਕਾਬੂ ਆਉਂਦਾ ਹੀ ਨਹੀਂ ਪਿਆ ਮਨ। ਅਗਲੀ ਬੇਨਤੀ ਮੇਰੀ, ਇਹਨੂੰ ਥੋੜਾ ਜਿਹਾ ਅਭਿਆਸ 'ਚ ਲੈ ਕੇ ਤੁਰੀਏ। ਚਲੋ ਇਹ ਤਾਂ ਗੱਲਾਂ ਅਸੀਂ ਬੜੀਆਂ ਕਰ ਲੀਆਂ, ਮੈਲ ਦੀਆਂ ਵੀ ਨਹੀਂ ਟਿਕਦਾ, ਇਹ ਉਦਾਹਰਨ ਹੀ ਸਨ। ਕਿਵੇਂ ਟਿਕੇ, ਕਿਵੇਂ ਅੰਦਰ ਧੁੱਪ ਸਕੇ। ਰਾਤ ਵੀ ਇਹ ਜ਼ੋਰ ਦਿੱਤਾ ਹੈ, ਇਹ ਭਾਂਡਾ ਪਾਣੀ ਨਾਲ ਨਹੀਂ ਧੁੱਪਣਾ। ਗੁਰੂ ਗ੍ਰੰਥ ਸਾਹਿਬ ਵਿੱਚ ਮੇਰੇ ਬਾਬਾ ਜੀ ਕਹਿੰਦੇ ਨੇ, ਗੁਰਦੁਆਰਾ ਇਸ ਕਰਕੇ ਬਣਾਇਆ ਸੀ ਇੱਥੇ ਲੋਕਾਂ ਦੇ ਭਾਂਡੇ ਧੁੱਪ ਜਾਣ। ਗੁਰਦੁਆਰਾ ਲੰਗਰ ਛਕਣ ਦਾ ਸਾਧਨ ਨਹੀਂ, ਗੁਰਦੁਆਰਾ ਰੋਜ਼ੀ ਕਮਾਉਣ ਦਾ ਕੋਈ ਕੇਂਦਰ ਨਹੀਂ, ਗੁਰਦੁਆਰਾ ਕੇਵਲ ਸਿਆਸਤ ਕਰਨ ਦਾ ਇੱਕ ਅੱਡਾ ਨਹੀਂ। ਗੁਰੂ ਨਾਨਕ ਸਾਹਿਬ ਨੂੰ ਪੁੱਛ ਕੇ ਦੇਖੋ, ਕਹਿੰਦੇ ਨੇ ਗੁਰਦੁਆਰਾ ਇਸ ਕਰਕੇ ਵੀ ਤੇਰੇ ਅੰਦਰ ਦੀ ਮੈਲ ਧੁੱਪ ਜਾਏ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸੋਈ ਰਾਗ ਵਿੱਚ ਹੈ ਜੀ, ਕਿ ਭਾਂਡਾ ਅਤ ਮਲੀਨ ਧੋਤਾ ਖੱਛਾ ਨਾ ਹੋਏ ਸੀ, ਸੁੱਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ। ਮੈਂ ਉਸ ਤੁਕ ਨੂੰ ਅੱਜ ਜਾਰੀ ਰੱਖਿਆ, ਕਿਉਂਕਿ ਮੇਰੇ ਰਾਤ ਸੰਤੁਸ਼ਟੀ ਨਹੀਂ ਸੀ ਮੇਰੀ ਕੋਈ, ਕਿਵੇਂ ਇਹਦੇ ਅੰਦਰ ਦੀ ਮੈਲ ਧੁੱਪੇ। ਭਾਂਡਾ ਅਤ ਮਲੀਨ ਧੋਤਾ ਖੱਛਾ ਨਾ ਹੋਏ ਸੀ। ਅੱਗੇ ਇੱਕ ਬਚਨ ਹੁੰਦਾ ਹੈ ਜੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਖੱਛਾ ਹੋਏ ਸੀ। ਗੁਰਦੁਆਰਾ ਮਨ ਦੀ ਮਹਿਲ ਧੋਣ ਦਾ ਇੱਕ ਸਾਧਨ ਹੈ। ਇਸੇ ਕਰਕੇ ਗੁਰਬਾਣੀ ਨੇ ਗੁਰੂ ਨੂੰ ਸਰੋਵਰ ਤੇ ਗੁਰੂ ਨੂੰ ਦਰਿਆ ਕਿਹਾ। ਬਾਹਰ ਦੇ ਸਰੋਵਰ 'ਚ ਟੁੱਬਾਂ ਮਾਰੋ ਤੇ ਸਰੀਰ ਦੀ ਮੈਲ ਉਤਰਦੀ ਏ, ਗੁਰੂ ਗ੍ਰੰਥ ਸਾਹਿਬ 'ਚ ਟੁੱਬਾਂ ਮਾਰੋ ਤੇ ਜਨਮਾਂ ਜਨਮਾਂ ਦੀ ਮੈਲ ਉਤਰਦੀ ਹੈ, ਮਨ ਦੀ ਮੈਲ ਉਤਰੀ। ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ ਕਿ ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਜਾਂ ਅਸੀਂ ਸਵਈਆ ਪੜ੍ਹਦੇ ਹਾਂ, ਅਮੈ ਦ੍ਰਿਸ਼ਟ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ। ਗੁਰੂ ਤਾਂ ਇੱਕ ਅੰਮ੍ਰਿਤ ਦਾ ਸਰੋਵਰ ਹੈ ਪਿਆਰਿਓ, ਜਿਹੜਾ ਜਨਮਾਂ ਜਨਮਾਂਤਰਾਂ ਦੀ ਮੈਲ ਲਾਂਦਾ। ਪਰ ਐਡਾ ਭੈੜਾ ਮਨ ਜੇ, ਇੰਨਾ ਚਲਾਕ ਜੇ, ਕਦੀ ਇਹਦੀਆਂ ਚਲਾਕੀਆਂ। ਮੈਂ ਕਹਿੰਦਾ ਆਪਣੀ ਨਿੱਜੀ ਡਾਇਰੀ ਬਣਾਓ, ਪੁੱਤਰਾਂ ਧੀਆਂ ਇਸਤਰੀ ਨੂੰ ਪਤਨੀ ਨੂੰ ਪਤੀ ਨੂੰ ਕਿਸੇ ਨੂੰ ਨਾ ਦਿਖਾਓ। ਜੇ ਮਨ ਦੀ ਸਾਧਨਾ ਕਰਨੀ ਆਪਣੀ ਡਾਇਰੀ ਬਣਾ ਕੇ ਦੇਖੋ। ਉਂਝ ਗੁਰੂ ਗ੍ਰੰਥ ਸਾਹਿਬ ਨੇ ਤਾਂ ਮੈਂ ਕਿਹਾ 2 ਗੱਲਾਂ ਕਹੀਆਂ, ਕਹਿੰਦੇ ਨੇ ਰੋਜ਼ਾਨਾ ਆਪਣੇ ਮਨ ਦੇ ਫੁਰਨੇ ਦੇਖਿਆ ਕਰ, ਦਿਲ ਨੂੰ ਖੋਜਿਆ ਕਰ। ਪਰ ਜੇ ਕਿਤੇ ਡਾਇਰੀ ਬਣਾ ਲਈ, ਹੱਥ ਕਿਸੇ ਦੇ ਨਾ ਲੱਗੇ। ਜਿੰਨਾ ਕੁਝ ਅੰਦਰ ਪੈਦਾ ਹੁੰਦਾ, ਗੁਰਦੁਆਰੇ ਜਾ ਕੇ, ਦੁਕਾਨ ਜਾ ਕੇ, ਰਾਤ ਨੂੰ ਆਪਣੇ ਸਾਰੇ ਖਿਆਲਾਤ ਉਸ ਡਾਇਰੀ 'ਚ ਲਿਖੀ ਜਾਓ। ਤੁਸੀਂ ਹੈਰਾਨ ਹੋਵੋਗੇ, ਕਈ ਵਾਰੀ ਆਪਣੇ ਲਿਖੀ ਹੋਈ ਡਾਇਰੀ ਵੀ ਪੜ੍ਹਨ ਲੱਗਿਆ ਸ਼ਰਮ ਆਉਣ ਲੱਗ ਪਏਗੀ।
किसे ना दिखाओ। रोज मन की पत्री वाचनी सुखी हूं सुखसार। इस मन की चिट्ठी नूं, मन की पत्री नूं मैं बेनती करांगा, मन की लिस्ट नूं फुरनियां दी नूं किते विचारीए। पर जदों अभ्यास वाले पासे तुरांगे, मैं शब्द अभ्यास वरते है, जिन्नी देर तक शब्द का अभ्यास नहीं करते इस मन ने काबू नहीं आना। अज शुरू कर लो, कल कर लो, परसों कर लो, मेरी बेनती अभ्यास तो बिना काबू नहीं जी होंदा। पहला पहला अभ्यास च भी चित्त नहीं लगता। मैं तुहानूं 3-4 उदाहरण होर देनियां ने साध संगत जी। मेरी सिर्फ एक इच्छा है कि किते इस जिंदगी की बाजी जित जाइए, किते इस जन्म च फतेह कर जाइए कहानी। ते रात भी मैं कल भी एक होका दे के कहा सी, हर बंदा परमार्थ कमाण वाला गुरद्वारे नहीं आउंदा। एक उदाहरण चलो असीं होर लैने आ। ये मन जदों फुरने उठते ने, जां तां इकल्ला बैठा हुंदा उदों बड़े फुरने पैदा करदा। सब तो ज़्यादा बंदे दे अंदर गंद दी खनेरी उदों आउंदी जदों कल्ला हुंदा, उदों बड़ा उठ भजदा है। जां मैं लफ्ज़ कहन लगा है बड़ा औखा जिहा, जां जदों तुसीं इहदे नाल परमार्थ दी स्पिरिचुअलिटी दी गल शुरू करोगे उदों गंद वाले पासे बड़ा दौड़ेगा। इन्ने गंदे फुरने, इन्ने ख्याल, इन्नियां भैड़ियां दृश्य, पर यदि सुनो ना। याद रखियो ये तुहानूं वर्ग लांदा है, इस मैनू ठगदा है। कल्ला मैं आप जिन्हों कह रहा, इन्ना चला के तुसीं अज नितनेम करदे पे जपजी साहिब दा पाठ कर रहे हो, ये इन्ना चला के तुहानूं फिर भी प्रैजेंट विच नहीं रहन देंदा। उन्होंने पता हुण चंगे पासे लग गया, चंगे फुरनियां नाल भड़का दिओ। इस गल नूं बरीकी नाल थोड़ा जिहा सुनियो। चंगे पासे लगे आ, बाणी पढ़ रहे हैं, जिहड़ी चीज़ पढ़ रहा उधर ध्यान नहीं, तुहाडों उधर इकाग्रता नहीं बन देंदा। इक्को दम कहंदा अज जपजी साहिब कीता, कल नूं सुखमनी साहिब शुरू करांगा। वो इन्ना चला के कहंदा भी इनू चंगे पासे वाले पासे पटका दिओ। इनू उस वक्त शब्द की चपेड़ मार के कहो कमलिया झलिया, सुखमनी साहिब की गल कल करी, पहला अज की गल कर जिहड़ी हुण कर रहा है। मेरी गल तुसीं समझ गया ना किवें किन्ने चलाकी वरतदा। उन्होंने पता भी हुणे गुरद्वारे आ गए, उस वक्त कहंदा नहीं कल नूं सुखमनी, परसों आ करांगे। प्यारिओ तुहानूं जपजी साहिब विचों भी भटका के लै जांदा है। एक वारी कहंदा खैड़ा छड़, तू गुटका बंद कर सी, बाहर जा, मैं सुखमनी साहिब करावांगा, कल नूं तू चेते रखी। ये बड़ा चलाक जे, ये सच्चे पासे चलदियां भी भटकना पैदा करदा, पर यदि जे कल्ला रह गया खा जाएगा। मैं एक बार बेनती की सी, एक ग्रंथ है जी वेदांत का, सार कुतावली। अज वो कथावाचक उन्होंने कोट भी नहीं करते, तो अज की कथा खिमा करियो ज़्यादातर एडवरटाइजमेंट का साधन रह गई। मैनू बख्श दिया जे। मंजी साहब मैं एक बारी बेनती की सी, बहुत ज़्यादा बंदे, ये नहीं मैं किसी की निंदिया कर लगा, वो पौने घंटे विच ये प्रभाव पाने का यत्न करते हैं। मैनू बहुत कुछ पता है। सच ये वे कि जिमें लोग अपनियां फिल्मां, अपने प्रोडक्ट टीवी ते जाके करते हैं, अज की कथा भी केवल तो केवल अपनी मशहूरी का साधन बन के रह चुकी। फेसबुक लै लो, व्हाट्सअप लै लो, गल्लां वड्डियां वड्डियां ने, पर अमली तौर पर कोई नहीं। ये भी गल्लां एक मैल ने, गुरु ये भी साडा अंदर देखदा पिया। सार कुतावली ग्रंथ विच मैं हो सकता आपने पहला कई बारी सुनिया है। वो कहते ने एक बारी एक सेठ का कारोबार बहुत सी, बड़ा ज़्यादा उहदा काम सी। उन्हें एक जिन आ भूत एक ये खरीद के ले आंदा, ते उस भूत नूं जदों खरीद के लियांदा, उन्हें कहा सी कि काम मैं तेरे सारे करांगा, जो कहेंगा मैं खिंच करांगा, पर एक गल मैं तेनों दसनी चाहना, जिदन मैं वेला रह गया मैं उदन तेनों खावांगा, मैं होर कुछ नहीं खाना। मैं ग्रंथ का तां हवाला दे दिता, कई बारी मन च आउंदा भी कित्थों पढ़िया। उस जिन ने कहा भी जो कहेगा, जिथे कहेगा, देश परदेश मैं सब कुछ करांगा,
पर एक मेरी शर्त ही, मैं तेरे तो कुछ नहीं खाना, मैं तेरे तो रोटी नहीं मंगदा, मैं तेरे तो कुछ नहीं मंगदा, तेरे तो तनख्वाह नहीं मंगदा, पर एक मेरी शर्त ही, जिद्दन मैं खाली रह गया मैं तेनू खांगा। चलो शेठ ने कहा भी मेरा तो काम ही नहीं मुकना, काम इन्ना ज्यादा है कि तू वेला रहेगा तो खाएगा ना। वो कहता बिल्कुल, ये शर्त मेरी, जे वेला रहा मैं तां ही खांगा। उन्हें काम दसना शुरू कर दिता। हुण जिन कोल ताकत इन्नी, ਜਿਹੜਾ ਕੰਮ ਉਹਨੇ ਦੱਸਣਾ ਚੇਤੇ ਰੱਖਿਓ, ਖਿੰਨ ਚ ਕਰਕੇ ਵਾਪਸ। ਉਹ ਪ੍ਰਦੇਸ਼ ਦੇ ਕੰਮ ਦੱਸੇ ਤਾਂ ਵੀ ਕਰਕੇ ਆ ਗਿਆ। ਹੁਣ ਜਿਉਂ-ਜਿਉਂ ਕੰਮ ਦੱਸੇ ਉਹ ਕੰਮ ਫਟਾਫਟ ਨਿਬੇੜੀ ਜਾਏ ਤੇ ਸੇਠ ਨੂੰ ਤਾਪ ਚੜ ਗਿਆ। ਉਹਨੇ ਰੋਟੀ ਖਾਣੀ ਛੱਡ ਦਿੱਤੀ, ਉਹਨੂੰ ਕੁਝ ਵੀ ਚੰਗਾ ਨਾ ਲੱਗੇ। ਉਹਦੀ ਬੇਟੀ ਬੜੀ ਸਿਆਣੀ ਸੀ, ਉਹਨੇ ਵੇਖਿਆ ਵੀ ਪਿਓ ਮੇਰਾ ਦਿਨ ਬ ਦਿਨ ਕਮਜ਼ੋਰ ਹੋਈ ਜਾਂਦਾ ਹੈ, ਇਹਨੂੰ ਹੋ ਕੀ ਗਿਆ, ਰੋਟੀ ਵੀ ਨਹੀਂ ਖਾਂਦਾ ਪਿਆ, ਇਹ ਸਭ ਕੁਝ ਛੱਡੀ ਬੈਠਾ। ਉਹਨੇ ਜਾ ਕੇ ਪੁੱਛਿਆ ਬਾਪ ਨੂੰ, ਪਿਤਾ ਜੀ ਕਿ ਤੁਹਾਡੇ ਸਰੀਰ ਦੀ ਕਮਜ਼ੋਰੀ ਦਾ ਕਾਰਨ ਕੀ, ਕਿਉਂ ਤੁਸੀਂ ਇੰਨੇ ਕਮਜ਼ੋਰ ਹੋ? ਕਿਹਾ ਬੇਟਾ ਮੈਂ ਤੈਨੂੰ ਇੱਕ ਗੱਲ ਦੱਸਾਂ, ਇੱਕ ਚੀਜ਼ ਮੈਂ ਇਹੋ ਜੀ ਕਾਬੂ ਕਰ ਲਈ ਜਿਹੜੀ ਤੈਨੂੰ ਵੀ ਨਹੀਂ ਦਿਸਦੀ ਪਈ। ਉਹ ਕਹਿੰਦਾ ਮੈਂ ਸਮਝੀ ਨਹੀਂ। ਉਹ ਕਹਿੰਦਾ ਮੈਂ ਜਿੰਨ ਕਾਬੂ ਕਰ ਲਿਆ, ਉਹ ਕੰਮ ਸਾਰੇ ਕਰ ਰਿਹਾ ਤੇ ਇੱਕ ਮੇਰੀ ਸ਼ਰਤ ਸੀ। ਉਸ ਜਿੰਨ ਨੇ ਕਿਹਾ ਸੀ ਜੇ ਮੈਂ ਖਾਲੀ ਰਹਿ ਗਿਆ ਤੈਨੂੰ ਖਾਵਾਂਗਾ। ਮੇਰੀਏ ਬੱਚੀਏ ਕੰਮ ਬੜੀ ਛੇਤੀ ਛੇਤੀ ਕਰਦਾ, ਮੁੱਕ ਗਏ ਨੇ, ਮੁੱਕਦੇ ਪਏ ਨੇ, ਇਹ ਖਾਲੀ ਹੋ ਗਿਆ ਮੈਨੂੰ ਖਾ ਜਾਏਗਾ, ਮੈਂ ਤਾਂ ਡਰਨਾ। ਧੀ ਨੇ ਕਿਹਾ ਉੱਠ ਕੇ ਰੋਟੀ ਖਾ, ਕੋਈ ਨਹੀਂ ਖਾਲੀ ਰਹਿੰਦਾ, ਖਾਲੀ ਰਹੇਗਾ ਤੇ ਖਾਏਗਾ। ਉਹਨੇ ਕਿਹਾ ਪੁੱਤਰ ਕੰਮ ਹੀ ਮੁੱਕ ਗਿਆ। ਕਹਿੰਦੀ ਕੰਮ ਨਹੀਂ ਮੁੱਕਣ ਦਿੰਦੀ ਮੈਂ, ਮੈਨੂੰ ਮੇਰੇ ਗੁਰੂ ਨੇ ਇੱਕ ਗੱਲ ਸਮਝਾਈ ਹੈ, ਬੇਫਿਕਰਾ ਰਹੋ, ਤੂੰ ਉੱਠ ਕੇ ਰੋਟੀ ਪਾਣੀ ਖਾ, ਇਹ ਤਾਂ ਜਿੰਨੀ ਦੇਰ ਤੱਕ ਤੁਸੀਂ ਜਿਉਂਦੇ ਹੋ ਇਹ ਕੰਮ ਹੀ ਮੈਂ ਲਾਵਾਂਗੀ। ਉਹਨੇ ਕਿਹਾ ਪੁੱਤਰ ਮੈਨੂੰ ਸਮਝ ਨਹੀਂ, ਮੈਨੂੰ ਰਾਹ ਦੱਸ। ਉਹ ਕਹਿੰਦੀ ਇਹ ਖਾਲੀ ਰਹੇਗਾ ਨਹੀਂ, ਤਾਕਤ ਵਾਲਾ ਬੜਾ ਪਰ ਖਾਲੀ ਨਹੀਂ ਰਹੇਗਾ। ਉਹਨੇ ਕਿਹਾ ਬੇਟਾ ਕਿਵੇਂ ਨਹੀਂ ਰਹੇਗਾ? ਉਹਨੇ ਨੌਕਰ ਨੂੰ ਆਵਾਜ਼ ਮਾਰ ਕੇ ਕਿਹਾ ਵਿਹੜੇ ਦੇ ਵਿੱਚ ਵਾਂਸ ਗੱਡ ਦਿਓ, ਵੰਝ ਗੱਡ ਦਿਓ, ਲੱਕੜ ਗੱਡ ਦਿਓ। ਉਹਨਾਂ ਗੱਡ ਦਿੱਤੀ ਤੇ ਉਹ ਪੁੱਛਦਾ ਬੇਟਾ ਇਹਦੇ ਨਾਲ ਕੀ ਹੋਵੇਗਾ? ਕਹਿੰਦੀ ਜਦੋਂ ਬਾਹਰ ਦੇ ਕੰਮ ਮੁੱਕ ਜਾਣਗੇ ਨਾ ਤੇ ਉਦੋਂ ਇਹਨੂੰ ਕਹੀ ਜਾਣਾ ਤੇਰਾ ਅਗਲਾ ਕੰਮ ਇਹ ਵੀ ਏ, ਜਿੰਨੀ ਦੇਰ ਤੱਕ ਅਗਲਾ ਹੁਕਮ ਨਹੀਂ ਆਉਂਦਾ ਤੂੰ ਵੰਝ ਉੱਤੇ ਚੜੀ ਜਾ ਤੇ ਉਤਰੀ ਜਾ, ਬਸ ਤੇਰਾ ਹੀ ਕੰਮ ਹੈ, ਚੜੀ ਜਾ ਉਤਰੀ ਜਾ। ਉਹ ਕਹਿੰਦਾ ਫਿਰ? ਕਹਿੰਦਾ ਖਾਲੀ ਹੋਵੇਗਾ ਤੇ ਪਿਤਾ ਤੈਨੂੰ ਖਾਏਗਾ, ਇਹਨੇ ਖਾਲੀ ਕੋਈ ਨਹੀਂ ਹੋਣਾ। ਬਸ ਜਦੋਂ ਕੰਮ ਹੀ ਇਹ ਤੇ ਦੱਸ ਦਿੱਤਾ ਵੀ ਅਗਲੇ ਆਰਡਰ ਤੱਕ ਉੱਤੇ ਚੜੀ ਜਾ ਉਤਰੀ ਜਾ। ਸੱਚੀ ਮੁੱਚੀ ਉਹਨੇ ਜਿਹਨੂੰ ਕਿਹਾ ਤੂੰ ਉਤਰੀ ਜਾ ਤੇ ਚੜੀ ਜਾ, ਨਾਲੇ ਕੰਮ ਕਰੀ ਜਾਏ ਨਾਲੇ ਆਰਾਮ ਨਾਲ ਜ਼ਿੰਦਗੀ ਨੂੰ ਕੋਈ ਤੋਖਲੀ ਨੂੰ ਹੁਣ ਖਾਏਗਾ ਕਿੱਥੇ। ਪਿਆਰਿਓ ਇਹ ਕਹਾਣੀ ਨਹੀਂ, ਇਹ ਸਾਡੇ ਮਨ ਜਿੰਨ ਦੀ ਕਹਾਣੀ ਹੈ। ਮੇਰੀ ਬੇਨਤੀ ਸੁਣਿਓ, ਮੈਂ ਕਹਾਣੀ ਸੁਣਾ ਦਿੱਤੀ ਪਹਿਲਾਂ। ਅਸਲ 'ਚ ਮਨ ਇੰਨਾ ਤੇਜ਼ ਹੈ ਗੁਰਮਖੋ, ਉਹਨਾਂ ਫਿਜ਼ੀਕਲ ਵਰਕ ਨਹੀਂ ਹੋ ਸਕਦਾ ਜਿੰਨਾ ਮਨ ਨਾਲ ਹੋ ਸਕਦਾ ਹੈ। ਮੈਂ ਫਿਰ ਬੇਨਤੀ ਕਰਾਂਗਾ, ਸਰੀਰ ਗੁਰਦੁਆਰੇ ਬੈਠਾ ਹੈ ਤੇ ਮਨ ਇੰਨਾ ਤੇਜ਼ ਹੈ, ਇਹ ਸੈਰ ਕਰਦਾ ਪਿਆ। ਜੇ ਚੰਦਰਮਾ ਉੱਤੇ ਕਿਤੇ ਪਲਾਟ ਕੱਟੇਗਾ ਆਪਾਂ ਵੀ ਉੱਥੇ ਜਾਵਾਂਗੇ। ਸਰੀਰਕ ਤੌਰ ਤੇ ਨਹੀਂ ਨਾ ਗਏ ਨਾ, ਮਨ ਪਹੁੰਚ ਗਿਆ। ਇਹ ਮੰਗਲ ਗ੍ਰਹਿ ਦੀ ਗੱਲ ਪਿਆ ਕਰਦਾ, ਇੰਨਾ ਚਲਾਕ ਹੈ, ਤੇਜ਼ ਬੜਾ ਜੇ। ਮੈਂ ਤਾਂ ਹੀ ਇੱਕ ਵਾਰੀ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਦੇ ਆ ਨਾ, ਨੋਟ ਕਰੀ ਜਾਇਆ ਕਰੋ ਸ਼ਬਦ, ਜਿੱਥੇ ਜਿੱਥੇ ਮਨ ਨੂੰ ਸਾਧਨ ਦੀ ਗੱਲ ਕਹੀ। ਸੱਚੀ ਗੱਲ ਜੇ ਇਹਦੇ ਵਰਗਾ ਮਿੱਤਰ ਕੋਈ ਨਹੀਂ ਜੇ। ਮੈਂ ਇਹ ਨਹੀਂ ਵੀ ਅੱਜ ਨੂੰ ਮੇਰਾ ਮਨ ਵੀ ਕਹਿੰਦਾ ਹੋਵੇਗਾ ਕਮਲਿਆ ਮੈਂ ਤੈਨੂੰ ਬਾਣੀ ਚੇਤੇ ਕਰਾਨਾ, ਕਥਾ ਤੈਨੂੰ ਬੋਲਣ ਦਾ ਵੱਲ ਦੱਸ ਨਾ, ਤੂੰ ਮੇਰੀ ਨਿੰਦਿਆ ਕਰੀ ਜਾਂਦਾ। ਮਨ ਬੜਾ ਮਿੱਤਰ ਜੇ, ਇਸ ਇੰਨਾ ਮਿੱਤਰ ਹੈ ਕਿ ਇਕੱਲੇ ਬੈਠੇ ਹੋਏ ਨਾਲ ਰਹਿੰਦਾ ਹੈ। ਇੰਨਾ ਮਿੱਤਰ ਜੇ ਜਦੋਂ ਸਰੀਰ ਅੱਗ ਵਿੱਚ ਸੜੇਗਾ ਮਨ ਆਤਮਾ ਦੇ ਨਾਲ ਫਿਰ ਅੱਗੇ ਚਲਾ ਜਾਏਗਾ। ਇਹਦੇ ਵਰਗਾ ਕੋਈ ਮਿੱਤਰ ਨਹੀਂ। ਬੜਾ ਤੇਜ਼ ਹੈ, ਭੂਤ ਦੀ ਤਰ੍ਹਾਂ ਤੇਜ਼ੀ ਨਾਲ ਕੰਮ ਕਰਦਾ। ਪਰ ਮੇਰੀ ਬੇਨਤੀ ਜੇ ਇਹ ਖਾਲੀ ਰਹਿ ਗਿਆ ਸਾਨੂੰ ਖਾਏਗਾ। ਜਦੋਂ ਵਿਹਲਾ ਬੈਠਾ ਹੋਵੇਗਾ, ਸਿਆਣੇ ਕਹਿੰਦੇ ਵਿਹਲਾ ਮਨ ਸ਼ੈਤਾਨ ਦਾ ਘਰ, ਇਸੇ ਕਰਕੇ ਕਹਿੰਦੇ ਸੀ ਜਿੰਨਾ ਖਾਲੀ ਬੈਠਾ ਹੋਵੇਗਾ ਓਨਾ ਖਾਏਗਾ। ਬਾਹਰ ਜਦੋਂ ਜਾਈਦਾ, ਚਲੋ ਆਪਣਾ ਤਾਂ ਸਿਸਟਮ ਹੀ ਇੱਥੋਂ ਦਾ ਕੋਈ ਨਹੀਂ ਨਾ, ਆਪਾਂ ਬੜੇ ਪਿੱਛੇ, ਸੱਚ ਗੱਲ ਜੇ। ਉਹ ਆਪਣੇ ਨਿਆਣਿਆਂ ਨੂੰ ਕਦੀ ਖਾਲੀ ਨਹੀਂ ਰਹਿਣ ਦਿੰਦੇ। ਨਿੱਕੇ ਨਿੱਕੇ ਨਿਆਣੇ ਜੀ 6-6 ਸਾਲ ਦੇ, ਉਹ ਕਹਿੰਦੇ ਸਾਡੇ ਬੱਚੇ ਦੀ ਇਹ
ਖੇਡ ਦੀ ਕਲਾਸ ਅਸੀਂ ਖਿਡਾਉਣ ਵਾਸਤੇ ਚੱਲੇ ਹਾਂ। ਉਹਦਾ ਮਤਲਬ ਇਹ ਸੀ ਕਿ ਜਿੰਨੀ ਚਕਾਚੌਂਧ ਬਾਹਰੇ, ਜੇ ਬੱਚਾ ਖਾਲੀ ਰਹਿ ਗਿਆ ਤੇ ਕਹਾਣੀ ਖਰਾਬ ਹੋ ਜਾਏਗੀ। ਅੱਜ ਸਾਰੇ ਸਮਾਜ ਦਾ ਸਿਸਟਮ ਵਰਤਨ ਦਾ ਇੰਡੀਆ ਵਿੱਚ ਸਭ ਤੋਂ ਵੱਡਾ ਦੁਖਾਂਤ ਇਹ ਵੇ ਕਿ ਮਾਪੇ ਅਰਬਾਂ ਰੁਪਈਏ ਇਕੱਠੇ ਕਰਦੇ ਨੇ, ਬੱਚੇ ਵਿਹਲੇ ਨੇ, ਵਿਹਲੇ ਸ਼ੈਤਾਨੀਆਂ ਵਾਲੇ ਕੰਮ ਹੀ ਕਰੀ ਜਾਂਦੇ ਨੇ। ਅੱਜ ਸਭ ਤੋਂ ਵੱਡਾ ਇਹ ਨਾ ਸਮਝੋ ਮੈਂ ਪੁਰਾਣੀ ਗੱਲ ਕੋਈ ਝੂਠੀ ਕਰ ਰਿਹਾ, ਸਭ ਤੋਂ ਵੱਡੀ ਬਿਮਾਰੀ ਜਿਹੜੀ ਫੋਨ ਆ, ਫੇਸਬੁੱਕ ਟੱਕਰ ਗਿਆ ਨਾ, ਚੇਤੇ ਰੱਖਿਓ ਕਈ ਘਰ ਇਹਨਾਂ ਚੀਜ਼ਾਂ ਨੇ ਤੋੜ ਦਿੱਤੇ ਨੇ, ਕਈ ਘਰ ਇਹਨਾਂ ਨੇ ਤਬਾਹ ਕਰ ਦਿੱਤੇ ਨੇ। ਨਿਆਣਾ ਕਿਉਂ ਕਹਿੰਦਾ ਪਿਆ ਮੈਨੂੰ ਇਕੱਲੇ ਰਹਿਣ ਦਿਓ, ਮੇਰੇ ਕਮਰੇ 'ਚ ਨਾ ਕੋਈ ਵੜਿਓ, ਅਸੀਂ ਦੇਖਨੇ ਆ। ਪਰ ਮੈਂ ਕਹਾਂਗਾ ਇਹਨੂੰ ਫਿਰ ਰੂੜੀਵਾਦੀ ਖਿਆਲ ਨਾਲ ਜਾਓ। ਖੁਸ਼ਕਿਸਮਤ ਨੇ ਉਹ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਪਏ ਹੋਏ ਨੇ। ਪਰ ਅੱਜ ਜ਼ਿਆਦਾਤਰ ਇਹ ਬਿਮਾਰੀ ਹੋ ਚੁੱਕੀ ਹੈ ਜੀ, ਮਨ ਨਿੱਕੇ ਨਿੱਕੇ ਮਨ ਗੰਦ ਦੀ ਵਾਸ਼ਨਾ ਨਾਲ ਭਰੇ ਗਏ। ਇਸ ਸਮੱਸਿਆ ਨੂੰ ਸਮਝੋ। ਤੁਸੀਂ ਬਜ਼ੁਰਗ ਬੈਠੇ ਹੋ, ਮੇਰੀਆਂ ਮਾਤਾਵਾਂ ਬੈਠੀਆਂ ਨੇ, 21 22 ਸਾਲ ਦੇ ਬੱਚੇ ਰਾਤ ਨੂੰ ਮੇਟੀ ਖੇਡਦੇ ਹੁੰਦੇ ਸਨ, ਕਦੀ ਕਿਸੇ ਅੰਦਰ ਗੰਦਾ ਫੁਰਨਾ ਨਹੀਂ ਸੀ ਉੱਠਿਆ। ਅੱਜ ਗੰਦ ਕਿਉਂ ਪੈ ਗਿਆ? ਇਸ ਸਮੱਸਿਆ ਦੀ ਗੱਲ ਕਦੀ ਕਥਾ 'ਚ ਨਹੀਂ ਕੀਤੀ ਜਾਏਗੀ, ਕਿਉਂਕਿ ਸਾਨੂੰ ਸੱਭਿਆਚਾਰ ਸ਼ਬਦ ਦੇ ਥੱਲੇ ਗੱਲ ਵੀ ਨਹੀਂ ਕਰਨ ਦਿੱਤੀ ਜਾਂਦੀ। ਅੱਜ ਸਭ ਤੋਂ ਵੱਡੀ ਮੁਸ਼ਕਲ ਇਹ ਵੇ ਕਿਉਂਕਿ 9 10 ਸਾਲ ਦੇ ਨਿਆਣੇ, ਉਹਨਾਂ ਅੰਦਰ ਅੱਤ ਦੀ ਵਾਸ਼ਨਾ ਜਿਹੜੀ ਏ ਉਹ ਠਾਠਾਂ ਵੀ ਮਾਰਦੀ ਹੈ, ਕਿਉਂਕਿ ਉਹਨਾਂ ਦਾ ਮਨ ਜਿੰਨ ਜਿਹੜਾ ਹੈ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ। ਉਸ ਕੁੜੀ ਨੇ ਕਿਹਾ ਬਾਪੂ ਘਬਰਾ ਨਾ, ਤੂੰ ਖਾਲੀ ਰਹੇਗਾ ਤੈਨੂੰ ਖਾਏਗਾ। ਪਰ ਮੈਂ ਬੇਨਤੀ ਕਰਾਂਗਾ ਉਹ ਕੁੜੀ ਕੋਈ ਹੋਰ ਨਹੀਂ, ਉਹ ਮੱਤ ਸੀ ਜਿਹੜੀ ਗੁਰੂ ਕੋਲੋਂ ਸਿੱਖ ਕੇ ਆਈ ਸੀ। ਭੂਤ ਮਨ ਬਣ ਚੁੱਕਾ ਸੀ ਤੇ ਵੰਝ ਕਿਹੜਾ ਗੱਡੀਏ। ਉਸ ਲੜਕੀ ਨੇ ਤਾਂ ਕਹਿ ਦਿੱਤਾ ਪਿਤਾ ਜੀ ਬਾਹਰ ਲੱਕੜ ਗੱਡ ਦਿਓ, ਉੱਤਰੇ ਚੜੀ ਜਾਏ। ਗੁਰਮਖੋ ਇੱਕ ਯਤਨ ਕਰੋ, ਆਪਣੇ ਸਵਾਸਾਂ ਦਾ ਵਾਂਸ ਗੱਡ ਦਿਓ। ਇਹ ਮਨ ਜਿਹੜਾ ਕੱਲਾ ਰਹਿ ਕੇ ਖਾਂਦਾ, ਇਹਨੂੰ ਕਹੋ ਤੈਨੂੰ ਕੱਲਾ ਰਹਿਣ ਨਹੀਂ ਜਾਣਾ, ਅੰਦਰ ਜਾਏ ਤੇ ਵਾਹ ਬਾਹਰ ਨਿਕਲੇ ਤੇ ਗੁਰੂ ਆਪਣੇ ਸਵਾਸਾਂ ਦੀ ਲੱਕੜ ਤੈਨੂੰ ਵਾਹਿਗੁਰੂ ਵਾਹਿਗੁਰੂ ਲਾ ਦਿਓ, ਇਹ ਨਾ ਵੇਲਾ ਰਵੇ ਤੇ ਨਾ ਸਾਨੂੰ ਖਾਏ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਮਨ ਨੂੰ ਧੋ। ਸੱਚ ਇਹ ਵੇ ਕਿ ਜਿਹਦੀ ਮੱਤ ਗੁਰੂ ਨੇ ਦੇ ਦਿੱਤੀ, ਉਹ ਬੇਟੀ ਇੱਕ ਐਸੀ ਹੈ ਜਿਹੜੀ ਆਤਮਾ ਨੂੰ ਅੰਦਰ ਨੂੰ ਕਹਿ ਦਿੰਦੀ ਪਿਤਾ ਜੀ। ਦੇਖੋ ਹੈ ਤਾਂ ਸਾਰੀ ਗੱਲ ਅੰਦਰ ਦੀ ਨਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਕਿਤਾਬ ਹੈ ਜੀ, ਇਹ ਮੈਂ ਫਿਰ ਜ਼ਿਕਰ ਕਰ ਦੇਣਾ ਇਸ ਕਰਕੇ ਨਹੀਂ ਮੈਂ ਕਿਤਾਬਾਂ ਦੀ ਮਸ਼ਹੂਰੀ ਲਈ। ਉਹ ਜੰਗ ਮੜੋਲੀ ਕਿਤਾਬ ਹੈ, ਡਾਕਟਰ ਚਰਨ ਸਿੰਘ ਉਹਨਾਂ ਦੀ ਲਿਖੀ, ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਪਿਤਾ ਜੀ ਦੀ ਲਿਖੀ। ਪਰ ਉਹ ਕਈਆਂ ਨੂੰ ਮੈਂ ਕਿਹਾ ਜਦੋਂ ਪੁੱਛਦੇ ਮਨ ਨਹੀਂ ਟਿਕਦਾ, ਉਹ ਥੋੜੀ ਜਿਹੀ ਪੜ੍ਹ ਕੇ ਕਹਿੰਦੇ ਨੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ, ਲੱਗਣਾ ਵੀ ਕੋਈ ਨਹੀਂ। ਉਹ ਕਿਤਾਬ ਇੰਨੀ ਕੁ ਗਹਿਰੀ ਹੈ, ਉਹ ਨਾਵਲ 150 ਪੰਨੇ ਦੀ ਕਿਤਾਬ ਜੀ, 100 ਸਾਲ ਬਾਅਦ ਛਪੀ ਦੁਬਾਰਾ। ਜੰਗ ਮੜੋਲੀ, ਮੜੋਲੀ ਦਾ ਅਰਥ ਹੈ ਬੌਡੀ। ਇਸ ਮੜੋਲੀ ਵਿੱਚ ਜੰਗ ਕਿਵੇਂ ਕਰਨੀ ਹੈ ਸਾਰੇ ਅਸੀਂ ਪੜ੍ਹ ਤਾਂ ਦਿੰਦੇ ਹਾਂ। ਖਾਲਸਾ ਸੋਇ ਜੋ ਕਰੈ ਨਿਤ ਜੰਗ, ਖਾਲਸਾ ਸੋਇ ਜੋ ਚੜ੍ਹੈ ਤੁਰੰਗ। ਇਹਦੇ ਅਰਥ ਸਾਰੀ ਕਰਦੇ ਨੇ। ਖਾਲਸੇ ਦਾ ਅਰਥ ਹੈ ਜਿਹੜਾ ਰੋਜ਼ ਜੰਗ ਕਰਦਾ ਹੈ, ਆਪਣੀਆਂ ਪੱਗਾਂ ਲਾਉਣ ਦਾ ਅਰਥ ਜੰਗ ਨਹੀਂ ਕਰਦਾ। ਖਾਲਸਾ ਉਹ ਵੇ ਜਿਹੜਾ ਸ਼ਬਦ ਦੇ ਸ਼ਸਤਰ ਲੈ ਕੇ, ਸ਼ਬਦ ਦੀ ਖੜਕ ਲੈ ਕੇ ਆਪਣੇ ਮਨ ਨਾਲ ਇੰਨਾ ਕੁ ਯੁੱਧ ਕਰਦਾ ਹੈ, ਆਪਣੇ ਮਨ ਦੇ ਟੁਕੜੇ ਕਰਕੇ ਨੂੰ ਜਿੱਤ ਕੇ ਵਾਪਸ ਆਉਂਦਾ ਹੈ, ਜਿਹੜਾ ਵਾਸ਼ਨਾਵਾਂ ਨੂੰ ਕਾਬੂ ਕਰਦਾ ਹੈ। ਉਸ ਜੰਗ ਮੜੋਲੀ 'ਚ ਮਨ ਦੀ ਗੱਲ ਕੀਤੀ ਹੈ, ਕਿਵੇਂ ਭਟਕਦਾ ਹੈ। ਗੁਰਮੁਖੋ ਮੈਂ ਇਹ ਨਹੀਂ ਕਹਾਂਗਾ ਵੀ ਇਹ ਮੈਂ ਕੋਈ ਗਿਣਤੀ ਮਿੰਤੀ ਤੁਹਾਨੂੰ ਕਹਿਣ ਲੱਗਾ। ਜਿਨ੍ਹਾਂ ਬੰਦਿਆਂ ਕੋਲ ਵਕਤ ਹੈ ਨਾ, ਵੈਸੇ ਤਾਂ ਵਕਤ ਹੀ ਬੰਦਗੀ ਲਈਏ, ਘੱਟੋ ਘੱਟ ਆਪਣਾ ਇੱਕ ਦਿਨ ਤੋਂ ਹੀ ਨੇਮ ਬਣਾ ਲਓ ਵੀ ਅੱਜ ਮੈਂ ਨਿਤਨੇਮ ਤੋਂ ਇਲਾਵਾ ਵੀ 10 11 20 21 ਜਪਜੀ, ਮੈਂ ਗਿਣਤੀ ਕਰਕੇ ਨਹੀਂ ਕਹਿ ਰਿਹਾ, ਮੈਂ ਇਹ ਪਾਠ ਕਰਨੇ ਨੇ। ਗੁਰਮੁਖੋ ਥੋੜਾ ਜਿਹਾ ਇਸ ਮਨ ਨੂੰ ਤੁਸੀਂ ਲਾਓਗੇ ਵੰਝ ਤੇ ਚੜ੍ਹਨਾ, ਇਹਨੂੰ ਜੋੜੋਗੇ, ਤੁਸੀਂ ਦੇਖੋਗੇ ਮਨ ਕੋਈ ਸਮੇਂ ਬਾਅਦ ਆਪਣੇ ਆਪ ਟਿਕਣ ਲੱਗ ਪਏਗਾ। ਹੁਣ ਅਗਲਾ ਸਵਾਲ, ਇਹ ਗੰਦੇ ਤੋਂ ਮੈਲਾ, ਮੈਲੇ ਤੋਂ ਸ਼ੁੱਧ ਕਿਵੇਂ ਹੋਵੇਗਾ? ਪਹਿਲਾਂ ਕੋਈ ਨਹੀਂ ਜੇ ਮਨ ਲੱਗਦਾ, ਬੜਾ ਬੁਰਾ ਹਾਲ ਕਰਦਾ ਹੈ। ਮੈਂ ਇਹ ਤਾਂ ਅੱਜ ਪ੍ਰਕਰਨ ਦੁਬਾਰਾ ਫਿਰ ਲੈ ਰਿਹਾ। ਆ ਸਾਡੇ ਨੇੜੇ ਕਈ ਵਾਰੀ ਗਵਾਲੇ, ਅਸੀਂ ਪਿੰਡਾਂ 'ਚ ਜਦੋਂ ਮੱਝਾਂ ਗਾਵਾਂ
घरां 'ਚ ਰੱਖੀਆਂ ਸਨ। ਇੱਕ ਨਿੱਕਾ ਜਿਹਾ ਵੱਛਾ ਜਾਂ ਗਊ, ਗਾਂ ਦਾ ਵੱਛੜਾ ਜਾਂ ਮੱਝ ਦਾ ਕੱਟਾ ਬੱਚਾ ਉਹਦਾ, ਮੈਨੂੰ ਆ ਗੱਲਾਂ 'ਚ ਬੜੀਆਂ ਚੇਤੇ ਆਉਂਦੀਆਂ ਨੇ। ਇਸ ਤਰ੍ਹਾਂ ਉਹਨੂੰ ਪਹਿਲਾਂ ਜਦੋਂ ਦੁੱਧ ਚੁੰਗਲ ਨਹੀਂ ਛੱਡਦੇ ਸਾਂ, ਉਹਨੂੰ ਵਿਚਾਰੇ ਨੂੰ ਮਾਂ ਦੇ ਥਣ ਦਾ ਪਤਾ ਨਹੀਂ ਸੀ ਹੁੰਦਾ। ਭੁੱਖ ਉਹਨੂੰ ਹੈ, ਇਹ ਨਹੀਂ ਕਿ ਉਹਨੂੰ ਭੁੱਖ ਨਹੀਂ, ਉਹ ਭੁੱਖ ਹੈ, ਦੌੜਦਾ ਇੱਕੋ ਦਮ। ਮੈਨੂੰ ਯਾਦ ਹੈ ਉਹ ਕਈ ਵਾਰੀ ਮਾਂ ਦੇ ਪੇਟ ਦੇ ਥੱਲੇ ਨਾ ਜਿਹੜੀ ਉਹਦੀ ਨਾਭੀ ਟਾਈਪ ਹੈ, ਉਹਨੂੰ ਮੂੰਹ ਮਾਰਨ ਲੱਗ ਪੈਂਦਾ ਸੀ। ਕਈ ਵਾਰੀ ਪੂੰਛ ਨੂੰ ਮੂੰਹ 'ਚ ਪਾ ਲੈਣਾ, ਉਹਨੂੰ ਸਮਝ ਕੋਈ ਨਹੀਂ ਨਾ। ਕਈ ਵਾਰੀ ਮਾਂ ਦੇ ਸਥਨ ਦੇ ਕੋਲ ਜਾ ਕੇ ਉਹ ਉੱਪਰ ਵਾਲਾ ਹਵਾਨਾ ਕਹਿੰਦੇ ਸਨ, ਉੱਪਰ ਵਾਲੀ ਸਕਿਨ ਨੂੰ ਮੂੰਹ 'ਚ ਪਾਉਂਦਾ ਸੀ। ਤੇ ਮੈਨੂੰ ਯਾਦ ਹੈ ਉਹਨੂੰ ਨਾ ਕੁਝ ਦਿਨ ਪਹਿਲਾਂ, ਦਿਨ ਦੀ ਗੱਲ 2 ਦਿਨਾਂ ਦੀ, 3 ਜ਼ਿਆਦਾ ਟਾਈਮ ਨਹੀਂ ਸੀ ਲੱਗਦਾ, ਮੈਂ ਕਹਿੰਦਾ ਤੇ ਬੜੀ ਸੋਝੀ ਆ ਜਾਂਦੀ ਸੀ। ਉਹਨੇ ਪੂੰਛ ਪਿੱਛੇ ਪੈਣਾ, ਉਹ ਮਾਂ ਦੇ ਪੇਟ ਦੀ ਚਮੜੀ ਨੂੰ ਚੁੰਗਣ ਲੱਗ ਪੈਣਾ। ਬਸ ਇੱਕੋ ਦਮ ਉਹਨੂੰ ਪਕੜ ਕੇ ਉਹਦਾ ਮੂੰਹ ਥਣ ਦੇ ਕੋਲ ਲਿਜਾ ਕੇ ਮੂੰਹ 'ਚ ਪਾਣਾ, ਉਹਨੇ ਚੁੰਗਣਾ ਸ਼ੁਰੂ ਕਰ ਦੇਣਾ। ਤੀਜੇ ਇੱਕ ਦਿਨ ਅਭਿਆਸ ਇੰਨਾ ਕੁ ਪੱਕ ਜਾਂਦਾ ਸੀ, ਨਾ ਪੂੰਛ ਮੂੰਹ 'ਚ ਪਾਉਂਦਾ ਸੀ, ਨਾ ਉਹ ਮਾਂ ਦੇ ਪੇਟ ਦੀ ਚਮੜੀ ਮੂੰਹ 'ਚ ਪਾਉਂਦਾ ਸੀ। ਛੱਡਣ ਦੀ ਦੇਰ ਸਿੱਧਾ ਥਣਾ ਨੂੰ ਜਾ ਕੇ ਪੈ ਜਾਂਦਾ ਸੀ। ਇਹ ਮਨ ਦਾ ਹਾਲ ਇਹ ਜੇ, ਇਹ ਉਸ ਵੱਛੇ ਦੀ ਤਰ੍ਹਾਂ ਹੈ। ਜਦੋਂ ਇਹਨੂੰ ਲਾਣਾ ਸ਼ੁਰੂ ਕਰੋਗੇ, ਇਹ ਖੱਬੇ ਸੱਜੇ ਭੱਜੇਗਾ। ਉਹਨੂੰ ਵਿਚਾਰੇ ਨੂੰ ਸਮਝ ਕੋਈ ਨਹੀਂ ਨਾ ਅਜੇ, ਉਹਨੂੰ ਮਾਂ ਦੇ ਥਣ ਦਾ ਕੋਈ ਪਤਾ ਨਹੀਂ, ਨਾ ਪਤਾ ਹੋਣ ਕਰਕੇ ਨੇੜੇ ਪਹੁੰਚ ਗਿਆ, ਪਰ ਖੱਬੇ ਸੱਜੇ ਮੂੰਹ ਮਾਰਦਾ ਹੈ। ਜਦੋਂ ਅਸਥਾਨ ਦਾ ਪਤਾ ਲੱਗ ਜਾਂਦਾ ਹੈ, ਉਦੋਂ ਖੱਬਾ ਸੱਜਾ ਆਪਣੇ ਆਪ ਛੁੱਟ ਜਾਂਦਾ ਹੈ। ਜਦੋਂ ਸ਼ੁਰੂ ਕਰੋਗੇ ਗੁਰਮਖੋ, ਇਹ ਘੁੰਮੇਗਾ ਥੋੜਾ ਜਿਹਾ, ਪਰ ਜਦੋਂ ਸਤਿਗੁਰੂ ਆਪਣੀ ਕਿਰਪਾ ਨਾਲ, ਜਿਵੇਂ ਇੱਕ ਗਵਾਲਾ, ਇੱਕ ਕਿਰਸਾਨ, ਇੱਕ ਜ਼ਿਮੀਂਦਾਰ ਥਣ ਮੂੰਹ 'ਚ ਪਾ ਦਿੰਦਾ ਹੱਥ ਨਾਲ ਪਕੜ ਕੇ, ਜਦੋਂ ਗੁਰੂ ਆਪਣੀ ਗੁਰਮਤ ਨਾਲ ਇੱਕ ਵਾਰੀ ਸ਼ਬਦ ਮੂੰਹ 'ਚ ਪਾ ਦਿੰਦਾ ਹੈ ਨਾ, ਪਰਤ ਕੇ ਖੱਬੇ ਸੱਜੇ ਭਟਕਣਾ ਬੰਦ ਕਰ ਦਿੰਦਾ, ਉਹਨੂੰ ਚੁੰਗਣ ਲੱਗ ਪੈਂਦਾ। ਇਹ ਮੈਂ ਸ਼ਬਦ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਜੇ, ਇਹ ਸ਼ਬਦ ਹੈ, ਮੋਹੇ ਲਾਗਤੀ ਤਾਲਾ ਬੇਲੀ, ਬਛੜੇ ਬਿਨ ਗਾਏ ਅਕੇਲੀ। ਹੋਲੇ ਚਲੋ ਉੱਥੇ ਭਾਵੇਂ ਗਾਂ ਦੀ ਤਿਲ ਬਲਾਟ ਦਾ ਜ਼ਿਕਰ ਕੀਤਾ। ਮੋਹੇ ਲਾਗਤੀ ਤਾਲਾ ਬੇਲੀ, ਬਛੜੇ ਬਿਨ ਗਾਏ ਅਕੇਲੀ, ਪਾਨੀਆਂ ਬਿਨ ਮੀਨ ਤਲਫ ਹੈ, ऐसे राम नामा बिन बापरो नामा। अगला बचन की जैसे गाय का बाछा छूटला। पहला बच्चे नूं समझ कोई नहीं, विचारा मूँह मारी जाता है, मैं यतन तां कर रहा ना। मैं बेनती करा, ना समझ होवे, बच्चा मूँह तां मारदा, नेड़े तां पड़ गया। ਜਿਹੜੇ ਆਪਾਂ ਕਹਿੰਦੇ ਮੈਂ ਰਾਤ ਵੀ ਕਿਹਾ, ਸਿਮਰਨ ਦਾ ਕੋਈ ਫਾਇਦਾ ਨਹੀਂ, ਬਾਣੀ ਦਾ ਕੋਈ ਫਾਇਦਾ ਨਹੀਂ। ਹੁਣ ਬੱਚਾ ਥਾਂ ਤੱਕ ਨਹੀਂ ਪਹੁੰਚਿਆ, ਪਰ ਫਾਇਦਾ ਤਾਂ ਹੋ ਗਿਆ, ਨੇੜੇ ਤਾਂ ਲੱਗ ਗਿਆ। ਜੇ ਨਹੀਂ ਅੱਜ ਫਾਇਦਾ ਹੁੰਦਾ ਪਿਆ, ਕਿਤੇ ਬਾਣੀ ਦੇ ਨੇੜੇ ਲੱਗਦਾ ਪਿਆ। ਮਹਾਰਾਜ ਕਹਿੰਦੇ ਜੈਸੇ ਗਾਏ ਕਾ ਬਾਛਾ ਛੂਟਲਾ, ਥਨ ਚੋਖਤਾ ਮਾਖਣ ਗੂਟਲਾ। ਜਿਵੇਂ ਗਾਂ ਦੇ ਬੱਚੇ ਨੂੰ ਸਮਝ ਪੈ ਜਾਏ ਮਾਂ ਦਾ ਥਣ ਕਿੱਥੇ ਵੇ, ਫਿਰ ਰੋਜ਼ ਰੋਜ਼ ਉਹਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ। ਰੱਸਾ ਖੋਲ ਦਿਓ, ਆਪਣੇ ਆਪ ਥਣ ਚੁੰਗਣ ਲੱਗ ਪੈਂਦਾ ਹੈ। ਰੋਜ਼ ਰੋਜ਼ ਫਿਰ ਸਮਝਾਉਣ ਦੀ ਲੋੜ ਨਹੀਂ ਪੈਂਦੀ। ਜਿਹਨੂੰ ਟਿਕਣ ਦੀ ਜਾਚ ਆ ਜਾਏ, ਆਪਣੇ ਆਪ ਹੀ ਰਸ ਲੈਣ ਲੱਗ ਪੈਂਦਾ। ਅਗਲੀ ਬੇਨਤੀ मैं इस तुख तियां जे जी कि सुचे ए ना आखियां बहन जे पिंडा धोए, सुचे सही नानका जिन मन वसिया सोए। जिन्हां दा मन टिक गया। आ मैला पानी है जी। चलो ये भी उदाहरण मैं बाहर मुखी सारियां लै रहा। अज मैला पानी किन्नी बदबू मारदा है। गंदे नाले कोलों लंघ के जाओ, आपां नक नूं कपड़े नाल ढकने, सरकारां बड़े पैसे लांदियां ने कि ये गंदा पानी जिहड़ा है वाटर ट्रीटमेंट इस तरह है ना जी, प्लांट ला के ये शुद्ध हो जाएगा। जो कई थावां देखिया, कई शहरां च बाहर भी गंदा पानी वो ट्रीटमेंट करके कहंदे ने इहनूं चलो कपड़े धोण लई, कार धोण लई ये वरत लो। गंदा पानी कैमिकल नाल मशीनां राहीं साफ हुंदा, पर उन्ना साफ नहीं जो हुंदा जिन्ना बारिश का पानी साफ हुंदा। किवें मन मैला शुद्ध हो जाए। एक तरीका ट्रीटमेंट का बड़ा खर्चा आएगा, थां लभांगे, मशीनां लगणगियां, बिजली होवेगी, कैमिकल पावांगे, फिर किते कई प्रोसैस निकलता निकलता फिर किते निर्मल होवेगा। एक रब ने तरीका बनाया, प्लांट की लोड़ ही कोई नहीं। बस इस गल नुकते सुनियो, की है गुरु ग्रंथ साहिब, की है वाहिगुरू गुरु मंत्र,
ਕੀ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਜੇ ਤਾਂ ਪਲਾਂਟ ਲਾਣਾ ਫਿਰ ਕਰਮਕਾਂਡਾਂ 'ਚ ਪੈ ਜਾਓ। ਮੇਰੀ ਬੇਨਤੀ ਹੈ, ਆ ਜਿੰਨੇ ਕਰਮਕਾਂਡ ਨੇ ਸਾਰੇ ਵਾਟਰ ਟ੍ਰੀਟਮੈਂਟ ਦੇ ਪਲਾਂਟ ਲਾਈ ਬੈਠੇ ਨੇ, ਤੇ ਪਤਾ ਕੋਈ ਨਹੀਂ ਸਾਫ ਹੋਣਾ ਹੈ ਕਿ ਨਹੀਂ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਆਂਗ ਬੁੱਧ ਬਾਂਧੇ ਪਿਆਰੇ, ਇਨ ਬਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਇੱਕ ਮੈਲਾ ਹੈ ਬੰਦੇ ਦੇ ਆਪਣੇ ਤਰੀਕੇ ਨਾਲ ਸਾਫ਼ ਕਰਨਾ, ਇੱਕ ਹੈ ਨੈਚੁਰਲੀ। ਗੰਦਾ ਨਾਲਾ ਭਰ ਕੇ ਵਗਦਾ ਪਿਆ, ਗੰਦਾ ਪਾਣੀ ਨਾਲੀਆਂ 'ਚ, ਇੱਕੋ ਦਮ ਸੂਰਜ ਦੀ ਕਿਰਨ ਪਈ, ਉਹਨੇ ਕਿਹਾ ਮੈਲਾ ਹੈ। ਉਸ ਸੂਰਜ ਦੀ ਕਿਰਨ ਨੇ ਪਾਣੀ ਦੇ ਉੱਪਰ ਇੰਨਾ ਅਸਰ ਕੀਤਾ, ਗੰਦੇ ਪਾਣੀ ਦੀ ਜਿਹੜੀ ਤੱਤ ਸੀ ਨਾ, ਪਾਣੀ ਜਿਹੜਾ ਸੀ ਉਹਨੂੰ ਉਡਾ ਲਿਆ, ਉੱਡ ਗਿਆ ਜੀ ਸੂਰਜ ਦੀ ਕਿਰਨ ਨਾਲ, ਉਹ ਭਾਪ ਬਣ ਗਿਆ, ਅਦ੍ਰਿਸ਼ਟ ਹੋ ਗਿਆ। ਮੈਂ ਸਿਰਫ ਬੇਨਤੀ ਕਰ ਲਗਾ ਕਿਵੇਂ ਅੰਦਰ ਧੁੱਪੇਗਾ। ਇਸ ਸਾਰੀ ਕਥਾ ਨੂੰ ਮੈਂ ਔਰ ਤੁਸੀਂ ਗੁਰਮੁਖਾਂ ਨੂੰ ਪ੍ਰੈਕਟੀਕਲ ਬਣਾ ਲਈਏ, ਇਹ ਇਕੱਲਾ ਕੰਨ ਰਸ ਲਈ ਨਹੀਂ। ਉਸ ਸੂਰਜ ਦੀ ਕਿਰਨ ਨੇ ਪਾਣੀ ਨੂੰ ਭਾਪ ਬਣ ਕੇ ਉਡਾ ਲਿਆ, ਅਦ੍ਰਿਸ਼ਟ ਹੋ ਗਿਆ। ਹਵਾ ਨੇ ਉਹਨੂੰ ਚੁੱਕ ਲਿਆ। ਹੁਣ ਦੇਖੋ ਨੈਚੁਰਲੀ ਕੁਦਰਤ ਨੇ, ਰੱਬ ਨੇ ਇੱਕ ਐਸੀ ਸਪੇਸ ਵਿੱਚ ਕਿਰਪਾ ਭਰ ਦਿੱਤੀ, ਸੂਰਜ ਦੀ ਕਿਰਨ ਨੇ ਉਸ ਮੈਲ ਨਾਲ ਭਰੇ ਹੋਏ ਨੂੰ ਕਿਹਾ ਇਹ ਸ਼ੁੱਧ ਹੈ, ਇਹ ਮੈਲਾ ਨਹੀਂ। ਕਹੋ ਕਬੀਰ ਇਹ ਰਾਮ ਕੀ ਅੰਸ਼, ਪਾਣੀ ਕਦੀ ਮੈਲਾ ਨਹੀਂ ਹੁੰਦਾ। ਮੈਲਾ ਹੋਣ ਦੇ ਬਾਵਜੂਦ ਵੀ ਉਹਦੇ ਵਿੱਚ ਨਿਰਮਲ ਹੋਣ ਦਾ ਤੱਤ ਮੌਜੂਦ ਰਹਿੰਦਾ। ਉਸੇ ਪਾਣੀ ਨੂੰ ਅਸਮਾਨ 'ਚ ਉਡਾ ਲਿਆ। ਜਦੋਂ ਉਹੀ ਪਵਨ 'ਚ ਮਿਲ ਕੇ ਬੱਦਲ ਬਣ ਕੇ ਪਹਾੜਾਂ ਨੂੰ ਟਕਰਾਇਆ ਕਿਤੇ, ਤੇ ਮੀਂਹ ਪੰਜਾਬ ਵਿੱਚ ਪੈਣਾ ਸ਼ੁਰੂ ਹੋ ਗਿਆ। ਇਸ ਤਰੀ ਇੱਥੇ ਬੱਦਲ, ਇੱਥੇ ਕਿੰਨਾ ਕੁ ਪਹਾੜ ਨੇ ਜੀ। ਹੁਣ ਉਹੀ ਜਿਹੜਾ ਮੈਲਾ ਸੀ, ਉਹ ਭਾਪ ਬਣ ਕੇ ਹਵਾ ਦਾ ਸੰਗ, ਉਹ ਨਿਰਮਲ ਹੋ ਕੇ ਵਰਸਿਆ। ਤੇ ਸੱਚ ਇਹਦੇ ਬਾਰਿਸ਼ ਦਾ ਪਾਣੀ ਇੰਨਾ ਨਿਰਮਲ, ਉਹਨੂੰ ਤਾਂ ਸਾਡੇ ਆ ਜਿਹੜੇ ਘਰਾਂ 'ਚ ਲਾਏ ਹੋਏ ਨੇ, ਉਹਨਾਂ ਨਾਲ ਵੀ ਸਾਫ਼ ਨਹੀਂ ਕੀਤਾ ਜਾ ਸਕਦਾ ਜਿੰਨਾ ਉਹ ਨਿਰਮਲ। ਮੇਰੀ ਇੱਕ ਬੇਨਤੀ ਹੈ ਗੁਰਮੁਖੋ, ਜਿਵੇਂ ਗੰਦੇ ਪਾਣੀ ਨੂੰ ਸੂਰਜ ਦੀ ਕਿਰਨ ਚੁੱਕ ਕੇ ਲੈ ਜਾਂਦੀ ਏ, ਨਿਰਮਲ ਕਰ ਦਿੰਦੀ ਏ, ਜਿਹੜਾ ਮਨ ਕਈ ਜਨਮਾਂ ਦਾ ਗੰਦਾ ਹੋਇਆ ਪਿਆ, ਇਹ ਬਾਹਰ ਦੀਆਂ ਗੱਲਾਂ ਨਾਲ ਟ੍ਰੀਟਮੈਂਟ ਨਾਲ ਸਾਫ਼ ਨਹੀਂ ਹੋਣਾ। ਜਦੋਂ ਸ਼ਬਦ ਦੀ ਕਿਰਨ ਇਹਦੇ ਤੇ ਪਏਗੀ, ਇਸ ਗੰਦੇ ਨੂੰ ਚੁੱਕ ਕੇ ਉੱਪਰ ਲੈ ਜਾਏਗੀ। ਜਿੰਨੀ ਕਿਸੇ ਦੀ ਸੁਰਤ ਉਨੀ ਚੁੱਕੀ ਜਾਏਗੀ, ਉਹਨਾਂ ਉਹਦਾ ਅੰਦਰ ਪਵਿੱਤਰ ਹੋਈ ਜਾਏਗਾ, ਨਿਰਮਲ ਹੋ ਗਿਆ, ਫਿਰ ਵਰਸਦਾ ਹੈ। ਮੇਰੀ ਬੇਨਤੀ ਹੈ ਗੁਰਮੁਖੋ, ਅਗਲੀ ਗੱਲ ਮੈਂ ਕਰਦਿਆਂ ਹੋਰ ਗੱਲ ਨਿਬੇੜਦਿਆਂ ਕਿ ਜਿੰਨਾ ਅੰਦਰ ਵਾਸ਼ਨਾ ਤੋਂ ਖਾਲੀ ਕਰੋਗੇ, ਉਹਨਾਂ ਅੰਦਰ ਪ੍ਰਭੂ ਵਸੀ ਜਾਏਗਾ, ਅਦ੍ਰਿਸ਼ਟ ਵਸੇਗਾ। ਜਿੰਨੀ ਦੇਰ ਤੱਕ ਬੋਤਲ 'ਚ ਪਾਣੀ ਹੈ, ਉਨੀ ਦੇਰ ਤੱਕ ਹਵਾ ਨਹੀਂ। ਪਾਣੀ ਬਾਹਰ ਕੱਢ ਦਿਓ, ਹਵਾ ਆਪਣੇ ਆਪ ਹੀ ਬੋਤਲ 'ਚ ਭਰੀ ਜਾਂਦੀ ਏ। ਵਾਸ਼ਨਾ ਨੂੰ ਬਾਹਰ ਕੱਢੋ, ਅਦ੍ਰਿਸ਼ਟ ਹਵਾ ਬੋਤਲ 'ਚ ਜਾਂਦੀ ਏ, ਦਿਸਦੀ ਨਹੀਂ ਹਵਾ। ਇਸ ਵਾਸ਼ਨਾ ਨੂੰ ਬਾਹਰ ਧੱਕਾ ਦਈਏ ਤੇ ਪਰਿਪੂਰਨ ਜਿਹਦਾ ਚੱਕਰ ਚਿੰਨ ਕੋਈ ਨਹੀਂ, ਉਹਦੀ ਹਸਤੀ ਆਪਣੇ ਆਪ ਹੀ ਅੰਦਰ ਵਸ ਜਾਂਦੀ ਹੈ। ਮੇਰੀ ਅੱਜ ਬੇਨਤੀ ਹੈ ਕਿ ਸਤਿਗੁਰੂ ਨੇ ਕਿਹਾ ਕਿ ਜਿਵੇਂ ਪਿੰਡਾ ਧੋਣ ਦੇ ਨਾਲ ਮੈਲ ਨਹੀਂ ਜਾਂਦੀ, ਜਿਹਦੇ ਮਨ ਵੀ ਸੱਚਾ ਵਸ ਜਾ ਉਹਦੀ ਮੈਲ ਜਾਂਦੀ। ਆਓ ਇੱਕ ਪਦੋ ਪ੍ਰਮਾਣ ਲੈ ਲਈਏ, ਜਿਹਦੇ ਅੰਦਰ ਵਸ ਗਿਆ ਉਹਦੀ ਅਵਸਥਾ ਕੀ। ਅੱਜ ਤੱਕ ਤਾਂ ਚਲੋ ਮੈਲ ਦੀ ਗੱਲ ਕੀਤੀ। ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਆਉਂਦਾ ਹੈ, ਅਬ ਮੋਰੋ ਨਾਚ ਨੂੰ ਰਹੋ। ਗੁਰੂ ਅਰਜੁਨ ਦੇਵ ਜੀ, ਅਬ ਮੋਰੋ ਨਾਚ ਨੂੰ ਰਹੋ, ਲਾਲ ਰੰਗੀਲਾ ਸਹਿਜੇ ਪਾਇਓ, ਸਤਿਗੁਰ ਬਚਨ ਲਖੋ। ਇਹਦੇ ਅਰਥ ਕੀ ਨੇ? ਹਜ਼ੂਰ ਕਹਿੰਦੇ ਹੁਣ ਮਨ ਦਾ ਨੱਚਣਾ ਖਤਮ ਹੋ ਗਿਆ, ਮਨ ਦੀ ਭਟਕਣਾ ਖਤਮ ਹੋ ਗਈ। ਸਤਿਗੁਰੂ ਨੇ ਕਿਰਪਾ ਕੀਤੀ, ਉਹ ਲਾਲ ਰੰਗੀਲਾ ਪਿਆਰਾ ਮੇਰੇ ਮਨ ਵਿੱਚ ਵਸ ਗਿਆ, ਉਹ ਅੰਦਰ ਟਿਕ ਗਿਆ। ਸਤਿਗੁਰੂ ਸਾਨੂੰ ਸਮਝਾਓ, ਅੰਦਰ ਟੁੱਕ ਗਿਆ, ਮਨ ਦਾ ਨੱਚਣਾ ਰਹਿ ਗਿਆ। ਉੱਥੇ ਫਿਰ ਸਤਿਗੁਰੂ ਨੇ ਦੋ ਪ੍ਰਮਾਣ ਲਏ ਸੀ। ਵਿਕਰੀ ਵੇਖਿਆ ਵੀ ਸੀ ਕਿ ਕੁਆਰੀ ਬੱਚੀ ਪਤੀ ਦੀਆਂ ਗੱਲਾਂ ਸਹੇਲੀਆਂ ਨਾਲ ਕਰਕੇ ਹੱਸਦੀ ਏ, ਜਦੋਂ ਪਤੀ ਬਰਾਤ ਲੈ ਕੇ ਆਉਂਦਾ ਉਦੋਂ ਚਿਹਰਾ ਵੀ ਢੱਕ ਲੈਂਦੀ ਹੁੰਦੀ ਸੀ। ਮੈਂ ਪੁਰਾਤਨ ਉਦਾਹਰਨ ਦੀ ਗੱਲ ਕਰ ਰਿਹਾ। ਉਦੋਂ ਆਪਣੇ ਫੇਸ ਨੂੰ ਢੱਕ ਲਿਆ। ਸਤਿਗੁਰੂ ਕਹਿੰਦੇ ਨੇ ਓਨੀ ਦੇਰ ਤੱਕ ਹੀ ਮਨ ਦੀ ਏੜ ਤੇੜ ਸੀ, ਜਿੰਨੀ ਦੇਰ ਤੱਕ ਪਤੀ ਘਰ ਨਹੀਂ ਆਇਆ। ਪਤੀ ਘਰ 'ਚ ਆ ਜਾਏ ਤੇ ਪਤਨੀ ਚਿਹਰੇ ਨੂੰ ਢੱਕ ਲੈਂਦੀ ਸੀ,
ਜਦੋਂ ਸੱਜਣ ਵਾਹਿਗੁਰੂ ਜੀ ਘਰ ਵਿੱਚ ਆ ਜਾਣ ਤੇ ਮਨ ਦੀ ਭਟਕਣਾ ਵੀ ਖਤਮ ਹੋ ਜਾਂਦੀ ਹੈ। ਕੁਵਾਰ ਕੰਨਿਆ ਜੈਸੇ ਸੰਗ ਸਖੇਰੀ ਫਿਰ ਹੈ ਬਚਨ ਉਪਹਾਸ ਕਹੋ, ਜੋ ਸੁਰਜਨ ਗ੍ਰਹਿ ਭੀਤਰ ਆਇਓ ਤਉ ਮੁਖ ਕਾਜ ਲਜੋ। ਜਦੋਂ ਪਿਆਰਾ ਸੱਜਣ ਘਰ ਚ ਆ ਗਿਆ, ਸਤਿਗੁਰੂ ਨੇ ਸਭ ਤੋਂ ਵੱਧ ਜ਼ੋਰ ਦਿੱਤਾ, ਉਹ ਭਾਈ ਸੱਜਣੋ ਜਿਵੇਂ ਇੱਕ ਇਸਤਰੀ ਦੇ ਸਰੀਰ ਚੋਂ ਨਿਕਲਦਾ ਹੋਇਆ ਗੰਦਾ ਖੂਨ ਆਪਣੇ ਆਪ ਬੋਡੀ ਚੋਂ ਮਹੀਨੇ ਬਾਅਦ ਨਿਕਲਦਾ ਪਿਆ, ਜਿਹੜੇ ਬੰਦੇ ਰੱਬ ਤੋਂ ਟੁੱਟ ਗਏ ਨੇ, ਝੂਠੇ ਬੰਦਿਆਂ ਦੇ ਅੰਦਰ ਰੋਜ਼ਾਨਾ ਝੂਠ ਬਾਹਰ ਨਿਕਲਦਾ। ਮੈਂ ਰਾਤ ਵੀ ਕਿਹਾ, ਇੱਕ ਬੱਚੀ ਮਾਂ ਧੀ ਭੈਣ ਉਹਦਾ ਖੂਨ ਤਾਂ ਫਿਰ ਵੀ ਕਿਸੇ ਲਈ ਜੀਵਨ ਬਣ ਜਾਂਦਾ ਹੈ, ਉਹ ਖੂਨ ਤੋਂ ਬਾਅਦ ਇੱਕ ਜ਼ਿੰਦਗੀ ਪੈਦਾ ਹੁੰਦੀ ਹੈ। ਮਾਂ ਤਾਂ ਬਣਦੀ ਤਾਂ ਹੈ ਜੀ ਪਿਆਰਿਓ, ਜੇ ਰੱਬ ਉਹਨੂੰ ਇਹ ਬਖਸ਼ਿਸ਼ ਦੇਵੇ ਤਾਂ। ਜੇ ਨਾ ਉਹਦੇ ਤੇ ਇਹ ਸਰੀਰ ਦੀ ਕਿਰਿਆ ਹੋਵੇ, ਅਸੀਂ ਡਾਕਟਰ ਨੂੰ ਪੁੱਛਨੇ ਆ, ਆਪਰੇਸ਼ਨ ਸਰਜਰੀ ਤਾਂ ਕੀਤੀ ਜਾਂਦੀ ਅੱਜ ਕੱਲ੍ਹ। ਹਾਂ, ਉਹਦੇ ਉਸ ਮਲੀਨ ਖੂਨ ਵਿੱਚ ਵੀ ਜ਼ਿੰਦਗੀ ਏ। ਰੱਬ ਤੋਂ ਟੁੱਟੇ ਹੋਏ ਬੰਦਿਆ, ਤੇਰੀ ਮਲੀਨਤਾ ਵਿੱਚ ਕੋਈ ਜ਼ਿੰਦਗੀ ਨਹੀਂ, ਤੇਰੀ ਮਲੀਨਤਾ ਵਿੱਚ ਕੇਵਲ ਗੰਦਗੀ ਹੈ। ਉਹ ਤਾਂ ਫਿਰ ਵੀ ਕਿਸੇ ਲਈ ਜੀਵਨ ਪੈਦਾ ਕਰ ਰਹੀ ਹੈ। ਜੋ ਜੋਰੂ ਸਰਨਾਮਣੀ ਆਵੇ ਵਾਰੋ ਵਾਰ, ਝੂਠੈ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ। ਸੋਚੇ ਇਹ ਨਾ ਆਖੀਆਂ ਬੈਣ ਜੇ ਪਿੰਡਾ ਧੋਏ, ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਸ ਮਨ ਵਿੱਚ ਸੱਚਾ ਵਾਹਿਗੁਰੂ ਵਸ ਗਿਆ ਉਹ ਸੱਚ। ਹੁਣ ਅੱਗੇ ਸਤਿਗੁਰੂ ਨੇ ਅਯਾਸ਼ ਲੋਕਾਂ ਦਾ ਜ਼ਿਕਰ ਕੀਤਾ, ਕਿਉਂਕਿ ਇਸ ਪੌੜੀ ਤੇ ਟਾਈਮ ਲੱਗਣਾ ਕਾਫੀ, ਪਰ ਸ਼ੁਰੂਆਤ ਅਸੀਂ ਕਰ ਦਿੰਦੇ ਹਾਂ। ਪੌੜੀ ਤੁਰੇ ਪਲਾਣੇ ਪਾਉਣ ਵੇਗ, ਹਰ ਰੰਗੀ ਖਰਮ ਸਵਾਰਿਆ। ਪਹਿਲੀ ਤੁਕ ਥੋੜੀ ਜਿਹੀ ਅਰਥ ਸ਼ੁਰੂ ਕਰ ਦਿੰਦੇ ਆਪਾਂ। ਤੁਰੇ ਦਾ ਅਰਥ ਘੋੜੇ, ਤੁਰੇ ਦਾ ਅਰਥ ਤੁਰਨਾ ਵੀ। ਤੁਰਦੇ ਕੋ ਤੁਰਦਾ ਮਿਲੇ ਬਾਣੀ ਚ ਆਉਂਦਾ, ਉਹਦਾ ਅਰਥ ਹੈ ਚੱਲਣਾ, ਪਰ ਇੱਥੇ ਤੁਰੇ ਦਾ ਅਰਥ ਹੈ ਘੋੜੇ। ਤੁਰੇ ਅਗਲਾ ਸ਼ਬਦ ਹੈ ਪਲਾਣੇ। ਇੱਥੇ ਸਤਿਗੁਰੂ ਨੇ ਜਿਹੜਾ ਸ਼ਬਦ ਵਰਤਿਆ ਹੈ ਪਲਾਣੇ ਹੈ, ਨਾਣੇ ਨਾਲ ਹੈ। ਸੰਸਕ੍ਰਿਤ ਦਾ ਇੱਕ ਲਫ਼ਜ਼ ਹੈ ਪਲਾਇਨ, ਪੰਜਾਬੀ ਸ਼ਬਦ ਹੈ ਪਲਾਣੇ। ਪਲਾਣੇ ਦਾ ਅਰਥ ਹੈ ਕਾਠੀਆਂ। ਪਲਾਣ ਸ਼ਬਦ ਵਰਤਨੇ ਅਸੀਂ। ਬੜੇ ਤੇਜ਼ ਘੋੜੇ ਤੇ ਘੋੜਿਆਂ ਦੇ ਉੱਪਰ ਪਾਈਆਂ ਹੋਈਆਂ ਕੀਮਤੀ ਕਾਠੀਆਂ। ਤੁਰੇ ਪਲਾਣੇ ਪਾਉਣ ਵੇਗ। ਪਾਉਣ ਦਾ ਅਰਥ ਹਵਾ ਤੇ ਵੇਗ ਦਾ ਅਰਥ ਹੈ ਰਫਤਾਰ, ਸਪੀਡ। ਕਹਿੰਦੇ ਨੇ ਇੰਨੇ ਕੀਮਤੀ ਘੋੜੇ ਲੋਕਾਂ ਨੇ ਰੱਖੇ ਜਿਹੜੇ ਹਵਾ ਨੂੰ ਮਾਤ ਪਾਉਂਦੇ ਨੇ, ਹਵਾ ਤੋਂ ਤੇਜ਼ ਦੌੜਦੇ ਨੇ। ਅਯਾਸ਼ ਲੋਕਾਂ ਵੱਲ ਇਸ਼ਾਰਾ ਹੈ। ਹਰ ਰੰਗੀ ਹਰਮ ਸਵਾਰਿਆ। ਹਰ ਰੰਗੀ ਦਾ ਅਰਥ ਵਿਦਵਾਨ ਸੱਜਣਾ ਨੇ ਇਹੀ ਕੀਤਾ ਹੈ ਜੀ ਕਿ ਕਈ ਰੰਗਾਂ ਦੇ ਨਾਲ। ਖਰਮ ਲਫ਼ਜ਼ ਜਿਹੜਾ ਇਹ ਅਰਬੀ ਦਾ ਹੈ, ਇਹ ਸੰਸਕ੍ਰਿਤ ਦਾ ਨਹੀਂ। ਇਹ ਅਰਬੀ ਭਾਸ਼ਾ ਦਾ ਲਫ਼ਜ਼ ਹੈ ਖਰਮ। ਉਂਝ ਵੈਸੇ ਖਰਮ ਦਾ ਅਰਥ ਹੈ ਕਾਬੇ ਖਾਨੇ ਦਾ ਦੁਆਲਾ। ਹਰਮ ਜਿਹੜਾ ਲਫ਼ਜ਼ ਸ਼ੁਰੂ ਹੋਇਆ ਸੀ ਨਾ, ਇਹਦਾ ਅਰਥ ਸੀ ਕਾਬੇ ਖਾਨੇ ਦੀ ਉਹ ਚੌਗਿਰਦਾ ਜਿਹਦੇ ਵਿੱਚ ਜੀਵ ਮਾਰਨ ਦੀ ਮਨਾਹੀ ਸੀ। ਇਹ ਲਫ਼ਜ਼ ਜਿਹੜਾ ਖਰਮ ਹੈ ਇਹ ਫਿਰ ਜ਼ਨਾਨ ਖਾਨੇ ਵਾਸਤੇ ਵੀ ਵਰਤਣਾ ਸ਼ੁਰੂ ਹੋ ਗਿਆ। ਉਂਝ ਚੇਤੇ ਰੱਖਿਓ, ਜ਼ਨਾਨ ਖਾਨਾ ਲਫ਼ਜ਼ ਮਾੜਾ ਨਹੀਂ। ਮੈਨੂੰ ਯਾਦ ਹੈ ਕਈ ਵਾਰੀ ਇਹ ਸ਼ਬਦ ਵੀ ਗਲਤ ਪਾਸੇ ਵਰਤਣ ਲੱਗ ਪਏ। ਜਦੋਂ ਬੀਬੀਆਂ ਬਹੁਤ ਬੈਠੀਆਂ ਹੋਣੀਆਂ, ਉਹਨਾਂ ਕਹਿਣਾ ਜ਼ਨਾਨ ਖਾਨੇ ਦੇ ਰੌਲਾ ਪਾਇਆ। ਵੈਸੇ ਜ਼ਨਾਨ ਖਾਨੇ ਦਾ ਅਰਥ ਜਿੱਥੇ ਘਰ ਦੀਆਂ ਔਰਤਾਂ ਦਾ ਟਿਕਾਣਾ ਸੀ, ਇਹਨੂੰ ਖਰਮ ਕਿਹਾ ਜਾਂਦਾ ਹੈ। ਇੱਕ ਲਫ਼ਜ਼ ਰਣਵਾਸ ਵੀ ਵਰਤਿਆ ਜਾਂਦਾ ਹੈ। ਰਣਵਾਸ ਦਾ ਅਰਥ ਵੀ ਖਰਮ ਸੀ ਕਿ ਜਿੱਥੇ ਬੇਗਮਾਂ ਘਰ ਦੀਆਂ ਔਰਤਾਂ ਬੈਠੀਆਂ ਹੋਈਆਂ। ਮੇਰੀ ਬੇਨਤੀ ਹੈ, ਸਤਿਗੁਰੂ ਕਹਿੰਦੇ ਤੇਜ਼ ਰਫ਼ਤਾਰ ਵਾਲੇ ਘੋੜੇ ਜਿਹੜੇ ਬਹੁਤ ਤੇਜ਼ ਦੌੜਦੇ ਨੇ। ਤੁਰੇ ਪਲਾਣੇ ਪਾਉਣ ਵੇਗ, ਹਵਾ ਨਾਲੋਂ ਜ਼ਿਆਦਾ ਤੇਜ਼ ਚੱਲਦੇ ਨੇ। ਹਰ ਰੰਗੀ, ਹਰ ਰੰਗ ਦੇ ਨਾਲ ਖਰਮ ਸਵਾਰਿਆ। ਜਿੱਥੇ ਔਰਤਾਂ ਬੈਠੀਆਂ ਨੇ, ਹਰ ਰੰਗ ਦੇ ਕੱਪੜੇ ਲਾ ਕੇ ਉਸ ਹਰਮ ਨੂੰ ਸਵਾਰਿਆ ਹੋਇਆ ਕਿ ਬਾਦਸ਼ਾਹ ਆਵੇ, ਉਹਦੀ ਵਾਸ਼ਨਾ ਉਤੇਜਿਤ ਹੋਵੇ। ਮੈਂ ਵੈਸੇ ਇਹਦੇ ਹਰ ਰੰਗੀ ਦੇ ਅਰਥ ਰਾਤ ਨੂੰ ਹੋਰ ਵੀ ਕਰਨਾ ਚਾਹਾਂਗਾ, ਕਿਉਂਕਿ ਇਹ ਅਯਾਸ਼ ਲੋਕਾਂ ਦਾ
हर रंग दे अर्थ एक टीकाकार ने तो इत्थों तक कीते ने कि अपने खरम दे विच हर किस्म की औरतों ना रखी। तुसी ज़्यादा दूर ना जाओ, पंजाब दे एक राजा सी जिदियां किन्नियां राणियां सन। मैं थोड़ा जिहा जिक्र रात नूं डिटेल नाल करना है, इनू वासना दी नाल जाओ। हरम दे विच किन्नियां औरतां ने, किन्ने विषय सारी रात भोगदा पिया है। मेरे सतगुरु कहंदे ने याद रख, जो कोई तू इकट्ठा करी बैठा है, घोड़े औरतां, ये तेरी तबाही का कारण बनने वाला है। लोग कहेंगे शाही ठाठ, पर गुरु नानक साहब कहते नहीं, बुझन नाही हारिया। अगे विचारांगे, रब नूं समझिया नहीं, जिंदगी की बाजी खार के चला गया। पुराने समय घोड़ा, इराकी घोड़े, अरबी घोड़े, इन्हां दी बड़ी बड़ी महानता सी। उन्हां दियां काठियां बड़ियां जुड़ियां हुंदियां सन सोने नाल। इहदा जिक्र तुसीं रोज़ पढ़दे हो। माते मतंग जरे जर संग अनूप उतंग सुरंग सवारे, कोट तुरंग कुरंग से कूदत पौन के गौन को जातन विचारे। महाराज जी ने शब्द वरते, मस्त हाथी, कीमती घोड़े, उन्हां दियां काठियां जड़ियां ने सोने नाल जड़त ने, हाथियां दे खोदे जड़े ने सोने नाल जड़े ने। पर गुरु गोबिंद सिंह कहंदे ने प्यारिओ, जे परमात्मा दी याद भुल गई तो इन्ने कीमती घोड़ियां वाले बंदे भी एक दिन दोनों हाथ कूच कर जाते हैं खाली। ये असी रात नूं विचारांगे इस मुकम्मल पौड़ी नूं। जदों नशा हर तरह का माड़ा है, शराब का नशा माड़ा है, फीम का नशा माड़ा है, समैक का नशा माड़ा है, भुक्की का नशा माड़ा है, डोडियां का नशा माड़ा है, खिमा करो सुखे का नशा माड़ा है। पर यह नशे उन्ने माड़े नहीं जे जिन्ना बंदे किसी नूं जोबन ते धन का नशा आ जाए, बड़ी तबाही करदा वो नशा। उस नशे का जिक्र गुरुदेव ने किया कि जोबन धन प्रभता कै मद में ऐनस रहे दीवाना। पौड़ी असी पढ़ दी है, पूरे 8:15 बजे रात को मैं यतन करांगा इस पौड़ी के अर्थ, ये भाव अर्थ, किमें आयाश लोग अपनी जिंदगी तबाह करते हैं। इनू गुरु ग्रंथ साहब की बाणी चो आपां वेखांगे। मरण विसारिया मौत भुल जाए, तबाही आउंदी है। जवानी च भोग बड़े भोगे, पर जर आई जोबन खारिया, बुढ़ेपे सामने जवानी भी हार गए। होइयां बेअंत भुल्लां साध संगत जी बख्श दिया जे। मैं 2 दिन इस करके सबजैक्ट रख लिया कि सूचे ए ना आखियाँ बहन जे पिंडा धोए, सूचे सही नानका जिन मन वसिया सोए। शब्द का अभ्यास करिए, वध तो वध सिमरन करिए, इस मन का टिका बन सके। वाहिगुरु जी का खालसा, वाहिगुरु।